ਨੇ ਅੰਮ੍ਰਿਤ ਨਹੀਂ ਛਕਿਆ ਜ਼ਰੂਰ ਅੰਮ੍ਰਿਤ ਛਕੋ, ਜ਼ਰੂਰ ਗੁਰੂ ਵਾਲੇ ਬਣੋ। ਕੱਲ੍ਹ ਨੂੰ 9ਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਹੈ ਅਤੇ ਨਾਲ ਹੀ 23 ਤਰੀਕ ਨੂੰ 5ਵੀਂ ਪਾਤਸ਼ਾਹੀ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਵੀ ਪ੍ਰਕਾਸ਼ ਦਿਹਾੜਾ ਹੈ। ਉਸੇ ਹੀ ਸੰਬੰਧ ਅੰਦਰ ਸ਼ੁੱਕਰਵਾਰ ਨੂੰ ਆਪਣੇ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਐਤਵਾਰ ਨੂੰ ਸਤਿਗੁਰਾਂ ਦੇ ਗੁਰਪੁਰਬਾਂ ਨੂੰ ਹੀ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਸਾਰੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਜਨ ਸਰਵਣ ਕਰਕੇ ਲਾਹੀ ਪ੍ਰਾਪਤ ਕਰਨੀ ਜੀ। ਆਓ ਬੜੇ ਪਿਆਰ ਦੇ ਨਾਲ ਆਪਾਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸ਼ਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਉਪਈ। ਜੋਰ ਪਾਏ ਸਿੰਘ ਫੌਜ ਨਿਕਾਰੀਏ, ਘੋਰਿਓ ਬਹੀਰ ਬਹੁਤ ਮਨ ਭਾਰੀ। ਜੋਰ ਪਾਏ ਸਿੰਘ ਫੌਜ ਨਿਕਾਰੀ, ਘੇਰਿਓ ਬਹੀਰ ਬਹੁਤ ਮਨ ਭਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਪਾਨਾਨ ਭਾਣ ਸਤਿਗੁਰੂ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰ ਨੇ ਕਿਰਪਾ ਕਰਕੇ ਅੱਜ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਦੇ ਅੰਦਰ ਹਾਜ਼ਰੀ ਭਰਨ ਲਈ ਇਹ ਸਮਾਂ ਬਖਸ਼ਿਆ ਹੈ। ਉੱਥੇ ਹੀ ਅੱਜ ਬੜਾ ਭਾਗਾਂ ਵਾਲਾ ਦਿਨ ਹੈ, ਜੋ ਕਿ ਅੱਜ ਪ੍ਰੇਮ ਭਾਵਨਾ ਦੀ ਮੂਰਤ ਭਗਤ ਧੰਨਾ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ। ਉਹ ਭਗਤ ਸਾਹਿਬ ਜਿਨ੍ਹਾਂ ਦੀ ਭਾਵਨਾ ਦੇ ਨਾਲ ਪਰਮਾਤਮਾ ਨੇ ਪ੍ਰਤੱਖ ਹੋ ਕਰਕੇ ਦਰਸ਼ਨ ਦਿੱਤੇ। ਦੁਨੀਆ ਦੇ ਵਿੱਚ ਹਰ ਇੱਕ ਬੰਦਾ ਜਦੋਂ ਧਰਮ ਦੇ ਰਾਹ ਤੇ ਚੱਲਦਾ ਹੈ
ਧਰਮ ਦੇ ਰਾਹ ਤੇ ਚੱਲਣ ਦਾ ਸਭ ਤੋਂ ਪਹਿਲਾ ਕਾਰਨ ਹੁੰਦਾ ਹੈ ਦੁਨੀਆ ਦੀਆਂ ਸੁੱਖ ਸਹੂਲਤਾਂ, ਦੁਨੀਆ ਦੇ ਪਦਾਰਥ। ਪਰ ਦੁਨੀਆ ਦੇ ਪਦਾਰਥ ਮਿਲ ਜਾਣ ਤੋਂ ਬਾਅਦ ਕੋਈ ਰੱਬ ਨੂੰ ਮੰਗ ਲਵੇ ਉਹਨੂੰ ਭਗਤ ਕਹਿੰਦੇ ਨੇ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਸਤਿਗੁਰੂ ਨੇ ਭਗਤ ਧੰਨਾ ਜੀ ਬਾਰੇ ਕਿਹਾ, ਇਹ ਬਿਦ ਸੁਣ ਕੇ ਜਾ ਟਰੋ ਉਠ ਭਗਤੀ ਲਾਗਾ। ਜਿਹੜੀ ਖਾਲਸਾ ਜੀ ਰੱਬ ਨੂੰ ਪਾਉਣ ਦੀ ਗੱਲ ਹੈ ਨਾ, ਪਰਮਾਤਮਾ ਨੂੰ ਪਾਉਣ ਦੀ ਗੱਲ ਹੈ, ਉਹ ਕਿਸੇ ਸਿਧਾਂਤ ਵਿੱਚ ਨਹੀਂ ਬੰਨੀ ਜਾ ਸਕਦੀ। ਰੱਬ ਦਾ, ਪਰਮਾਤਮਾ ਦਾ ਕੋਈ ਪਤਾ ਨਹੀਂ ਕਿ ਪਰਮਾਤਮਾ ਨੇ ਕਿਹਦੇ ਤੇ ਜਾ ਕੇ ਕਦੋਂ ਕਿਰਪਾ ਕਰਕੇ, ਤਰਸ ਕਰਕੇ ਗਲਵਕੜੀ ਵਿੱਚ ਲੈ ਜਾਣਾ। ਜੇ ਨਿਮਰਤਾ ਹੈ, ਜੇ ਰੱਬ ਨਾਲ ਪਿਆਰ ਹੈ, ਤੇ ਖਾਲਸਾ ਜੀ ਰੱਬ ਨੇ ਇੱਕ ਖਿੰਨ ਨਹੀਂ ਲਾਉਣਾ ਤੇ ਮੰਗ ਪੂਰੀ ਕਰ ਦੇਣਾ। ਹੁਣ ਭਗਤ ਧੰਨਾ ਜੀ ਭਗਤ ਕਿਵੇਂ ਬਣਦੇ ਨੇ, ਮੈਂ ਖਿੰਨ ਮਾਤਰ ਉਹਨਾਂ ਦੇ ਜੀਵਨ ਦੀ ਝਲਕ ਰੱਖਾਂ ਕਿ ਮੰਦਿਰ ਦੇ ਵਿੱਚ ਇੱਕ ਪੁਜਾਰੀ ਠਾਕੁਰ ਦੀ ਮੂਰਤੀ ਦੀ ਪੂਜਾ ਕਰਦਾ ਹੈ। ਭਗਤ ਜੀ ਲੰਘ ਰਹੇ ਨੇ ਤੇ ਉਸ ਪੁਜਾਰੀ ਨੂੰ ਪੁੱਛਦੇ ਨੇ ਕਿ ਤੂੰ ਰੋਜ਼ ਇਸ ਠਾਕੁਰ ਨੂੰ ਭੋਗ ਲਾਉਣਾ, ਠਾਕੁਰ ਦੀ ਪੂਜਾ ਕਰਦਾ, ਇਹ ਠਾਕੁਰ ਕੰਮ ਕੀ ਕਰਦਾ? ਤੇ ਖਾਲਸਾ ਜੀ ਪੁਜਾਰੀ ਨੇ ਖਹਿੜਾ ਛਡਾਉਣ ਵਾਸਤੇ ਕਹਿਤਾ ਵੀ ਧੰਨਿਆ, ਜੋ ਵੀ ਤੂੰ ਠਾਕੁਰ ਨੂੰ ਕਵੇਂਗਾ ਠਾਕੁਰ ਉਹੀ ਕੰਮ ਕਰ ਦੇਵੇਗਾ। ਤੇ ਭਗਤ ਸਾਹਿਬ ਕਹਿੰਦੇ ਠਾਕੁਰ ਮੇਰੇ ਖੇਤਾਂ ਨੂੰ ਪਾਣੀ ਲਾ ਦੇਵੇਗਾ। ਤੇ ਪੁਜਾਰੀ ਨੇ ਅੱਗੋਂ ਹੱਸ ਕੇ ਕਹਿ ਦਿੱਤਾ, ਉਹਨੇ ਸਮਝਿਆ ਬਾਬਰਾ ਹੈ, ਇਹਦਾ ਦਿਮਾਗ ਨਹੀਂ। ਉਹਨੇ ਖਾਲਸਾ ਜੀ ਖਹਿੜਾ ਛਡਾਉਣ ਲਈ ਕਹਿ ਦਿੱਤਾ, ਹਾਂ ਪਾਣੀ ਵੀ ਲਾ ਦੇਵੇਗਾ, ਹੱਸ ਕੇ ਕਿਹਾ। ਤੇ ਵੇਖੋ ਬਾਅਦ ਵਿੱਚ ਚਲਾਕੀ ਕੀਤੀ, ਜਦੋਂ ਭਗਤ ਸਾਹਿਬ ਨੇ ਕਿਹਾ ਕਿ ਮੈਨੂੰ ਇਹ ਠਾਕੁਰ ਦੇ ਦੇ, ਤੇ ਭਗਤ ਸਾਹਿਬ ਨੂੰ ਕਹਿੰਦਾ ਤੂੰ ਮੈਨੂੰ ਗਾਂ ਦੇ ਦੇ, ਮੈਂ ਗਾਂ ਦੇ ਬਦਲੇ ਤੈਨੂੰ ਠਾਕੁਰ ਦੇ ਦਿਆਂ। ਭਗਤ ਸਾਹਿਬ ਨੇ ਗਾਂ ਦੇ ਦਿੱਤੀ, ਉਹਨੇ ਫਿਰ ਵੀ ਠਾਕੁਰ ਦੀ ਮੂਰਤੀ ਨਹੀਂ ਦਿੱਤੀ, ਇੱਕ ਪੱਥਰ ਚੁੱਕ ਕੇ ਦੇ ਦਿੱਤਾ ਉਸ ਮੂਰਤੀ ਦੇ ਆਕਾਰ ਵਾਲਾ। ਹੁਣ ਭਗਤ ਸਾਹਿਬ ਉਸ ਨੂੰ ਨਾਲ ਲੈ ਕਰਕੇ ਖੇਤਾਂ ਨੂੰ ਜਾਂਦੇ ਨੇ, ਤੇ ਖੇਤਾਂ ਨੂੰ ਜਦੋਂ ਜਾ ਰਹੇ ਨੇ ਘਰ ਪਹਿਲਾਂ ਹੀ ਸੁਨੇਹਾ ਭਜਵਾ ਦਿੱਤਾ, ਭਾਗਵਾਨੇ ਅੱਜ ਪ੍ਰਸ਼ਾਦਾ 2 ਜਾਣਿਆਂ ਦਾ ਭੇਜੀ, ਜਿਹੜਾ ਖਾਣਾ ਭੇਜਣਾ ਪ੍ਰਸ਼ਾਦਾ ਭੇਜਣਾ 2 ਜਾਣਿਆਂ ਦਾ ਭੇਜੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਈਆਂ ਨੇ ਘਰਾਂ ਵਿੱਚ ਕੀਤਾ ਹੋਵੇਗਾ, ਸਤਿਗੁਰੂ ਦੀ ਸੇਵਾ ਮਿਲੀ ਹੋਵੇਗੀ, ਜਾਂ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਆ, ਪਰ ਬਹੁਤ ਘੱਟ ਵੇਖਣ ਵਿੱਚ ਆਉਂਦਾ ਵੀ ਇਹ ਭਾਵਨਾ ਬਣ ਜਾਵੇ ਵੀ ਮੈਂ ਪ੍ਰਸ਼ਾਦਾ ਬਾਅਦ ਚ ਛਕਣਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਉਣਾ, ਪਹਿਲਾਂ ਗੁਰੂ ਨਾਨਕ ਨੂੰ ਭੋਗ ਲਵਾਉਣਾ। ਭਗਤ ਸਾਹਿਬ ਨੇ ਕਿਹਾ ਭਾਗਵਾਨੇ ਪ੍ਰਸ਼ਾਦਾ 2 ਜਾਣਿਆਂ ਦਾ ਭੇਜੀ। ਤੇ ਹੁਣ ਭਗਤ ਸਾਹਿਬ ਚਲ ਗਏ ਖੇਤਾਂ ਨੂੰ, ਪਿੱਛੋਂ ਭੋਜਨ ਆ ਗਿਆ। ਤੇ ਭਗਤ ਸਾਹਿਬ ਠਾਕੁਰ ਜਿਸ ਨੂੰ ਸਮਝ ਰਹੇ ਸੀ ਉਸ ਦੇ ਸਾਹਮਣੇ ਭੋਜਨ ਰੱਖ ਕੇ ਬੈਠ ਗਏ। ਤੇ ਭਗਤ ਸਾਹਿਬ ਨੇ ਕਿਹਾ ਕਿਆ ਤੂੰ ਸੋਚੇ, ਕਿਆ ਤੂੰ ਚਿਤਵੇ, ਕਿਆ ਤੂੰ ਕਰੇ ਉਪਾਏ, ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭਗਤ ਸਾਹਿਬ ਨੇ ਕਿਹਾ ਠਾਕੁਰਾ, ਉਦੋਂ ਤੱਕ ਮੈਂ ਅੰਨ ਦੀ ਬੁਰਕੀ ਮੂੰਹ ਵਿੱਚ ਨਹੀਂ ਪਾਵਾਂਗਾ ਜਦੋਂ ਤੱਕ ਤੂੰ ਆ ਕੇ ਨਹੀਂ ਛਕਦਾ। ਪ੍ਰੇਮਾ ਭਗਤੀ ਦੇ ਵਿੱਚ ਜੁਟ ਗਏ ਤੇ ਹੱਠ ਕੀਤਾ। ਖਾਲਸਾ ਜੀ ਇੱਕ ਦਿਨ ਬੀਤਿਆ ਪਰ ਪਰਮਾਤਮਾ ਨਹੀਂ ਪ੍ਰਗਟ ਹੋਇਆ। 2 ਦਿਨ ਬੀਤੇ, 3 ਦਿਨ ਬੀਤੇ, 4-5 ਦਿਨ ਲਗਾਤਾਰ ਭਗਤ ਸਾਹਿਬ ਠਾਕੁਰ ਦੇ ਸਾਹਮਣੇ, ਠਾਕੁਰ ਦੀ ਮੂਰਤੀ ਉਸ ਪੱਥਰ ਦੇ ਸਾਹਮਣੇ ਬੈਠ ਕਰਕੇ ਇਹੀ ਕਹਿੰਦੇ ਰਹੇ, ਠਾਕੁਰਾ ਆ ਕੇ ਇਸ ਪ੍ਰਸ਼ਾਦੇ ਨੂੰ, ਭੋਜਨ ਨੂੰ ਭੋਗ ਲਾ, ਮੈਂ ਫਿਰ ਛਕਾਂਗਾ। ਤੇ ਵੇਖੋ ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵਡਭਾਗਾ। ਜਿਹੜਾ ਪੁਜਾਰੀ ਰੋਜ਼ ਮੰਦਿਰ ਦੇ ਵਿੱਚ ਭੋਗ ਲਵਾ ਰਿਹਾ, ਉਹਦੇ ਰੋਜ਼ ਭੋਗ ਲਵਾਉਣ ਦੇ ਬਾਵਜੂਦ ਵੀ ਪਰਮਾਤਮਾ ਪ੍ਰਗਟ ਨਹੀਂ ਹੋਇਆ। ਪਰ ਜਦੋਂ ਕੋਈ ਭਗਤ ਪਿਆਰ ਦੇ ਨਾਲ ਆਵਾਜ਼ ਲਾਉਂਦਾ ਤੇ ਪਰਮਾਤਮਾ ਨੂੰ ਪ੍ਰਗਟ ਹੋਣਾ ਪੈਂਦਾ। ਕਾਫੀ ਦਿਨ ਬੀਤ ਗਏ ਤੇ ਆਵਾਜ਼ ਆਈ ਭਗਤ ਸਾਹਿਬ ਦੇ ਕੰਨਾਂ ਵਿੱਚ, ਆਵਾਜ਼ ਆਈ ਧੰਨਿਆ, ਪੱਥਰ ਕਦੇ ਪ੍ਰਸ਼ਾਦੇ ਨਹੀਂ ਛਕਦੇ, ਪੱਥਰ ਪ੍ਰਸ਼ਾਦਿਆਂ ਨੂੰ ਭੋਗ ਨਹੀਂ ਲਾਉਂਦੇ। ਤੇ ਖਾਲਸਾ ਜੀ ਸਾਡੇ ਵਰਗਾ ਹੁੰਦਾ ਤੇ ਉੱਠ ਕੇ ਕੰਮ ਕਰਨ ਲੱਗ ਜਾਂਦਾ। ਜਦੋਂ ਆਵਾਜ਼ ਆਈ ਧੰਨਿਆ, ਪੱਥਰ ਕਦੇ ਪ੍ਰਸ਼ਾਦਿਆਂ ਨੂੰ ਭੋਗ ਨਹੀਂ ਲਾਉਂਦੇ, ਤੇ ਭਗਤ ਸਾਹਿਬ ਹੱਸ ਕੇ ਕਹਿਣ ਲੱਗੇ ਜੇ ਪੱਥਰ ਪ੍ਰਸ਼ਾਦਿਆਂ ਨੂੰ ਭੋਗ ਨਹੀਂ ਲਾਉਂਦੇ ਤੇ ਪੱਥਰ ਬੋਲਦੇ ਵੀ ਨਹੀਂ ਹੁੰਦੇ।
ਤੇ ਜਦੋਂ ਇਹ ਬਚਨ ਕੀਤਾ ਤੇ ਗੁਰਬਾਣੀ ਇਸ ਗੱਲ ਦਾ ਖਾਲਸਾ ਜੀ ਸਪਸ਼ਟ ਕਰਦੀ ਹੈ ਕਿ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਭਗਤ ਦੀ ਭਾਵਨਾ ਦੀ ਪੁਕਾਰ ਸੁਣ ਕੇ ਪ੍ਰਮਾਤਮਾ ਪ੍ਰਗਟ ਹੋ ਗਏ। ਤੇ ਵੇਖੋ ਲੋਕ ਰੱਬ ਦੀ ਆਰਤੀ ਕਰਦੇ ਸੀ, ਭਗਤ ਸਾਹਿਬ ਕਹਿੰਦੇ ਮੈਂ ਤਾਂ ਹੈਗਾ ਭੋਲਾ ਭਾਲਾ ਜੱਟ ਤੇ ਮੈਂ ਕਰਾਂਗਾ ਤੇਰਾ ਆਰਤਾ। ਤੇ ਭਗਤ ਸਾਹਿਬ ਨੇ ਉੱਥੇ ਫਿਰ ਆਰਤਾ ਉਚਾਰਿਆ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜਾ ਵੀ ਤੇਰੇ ਕਾਰਜ ਤੇਰੀ ਆਰਤੀ ਤੇਰਾ ਆਰਤਾ ਕਰਦਾ ਪ੍ਰਮਾਤਮਾ, ਤੂੰ ਸਾਰਿਆਂ ਦੇ ਕਾਰਜ ਸਵਾਰ ਦਿੰਦਾ। ਤੇ ਇਹ ਵੀ ਹੁੰਦਾ ਖਾਲਸਾ ਜੀ ਕਿ ਜਦੋਂ ਭਗਤ ਸਾਹਿਬ ਦੇ ਸਾਹਮਣੇ ਪਰਮਾਤਮਾ ਪ੍ਰਗਟ ਹੋਏ ਤੇ ਕਹਿੰਦੇ ਭਗਤ ਸਾਹਿਬ ਨੇ ਪਰਮਾਤਮਾ ਦੇ ਦੋਵੇਂ ਹੱਥਾਂ ਨੂੰ ਰੱਸਾ ਬੰਨ੍ਹ ਦਿੱਤਾ। ਤੇ ਭਗਤ ਸਾਹਿਬ ਹੱਸ ਕੇ ਕਹਿਣ ਲੱਗੇ, ਠਾਕੁਰਾ ਪ੍ਰਸ਼ਾਦੇ ਨੂੰ ਭੋਗ ਤੇ ਲਾ ਲਿਆ, ਹੁਣ ਖੇਤਾਂ ਨੂੰ ਪਾਣੀ ਵੀ ਲਾਉਣਾ ਪਵੇਗਾ। ਤੇ ਵੇਖੋ ਭਗਤ ਦੀ ਭਾਵਨਾ ਜੋ ਗੁਰਬਾਣੀ ਨੇ ਸਪਸ਼ਟ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਹਵਾਲੇ ਮਿਲਦੇ ਕਿ ਪਰਮਾਤਮਾ ਨੇ ਭਗਤ ਦੀ ਅਰਦਾਸ ਪੂਰੀ ਕਰਨ ਵਾਸਤੇ ਭਗਤ ਦੇ ਖੇਤਾਂ ਨੂੰ ਪਾਣੀ ਵੀ ਲਾ ਕੇ ਵਿਖਾਇਆ। ਇਹ ਰੱਬ ਤੇ ਏਡਾ ਦਿਆਲੂ ਹੈ। ਜੇ ਕੋਈ ਭਗਤ ਸੈਣ ਦੀ ਤਰ੍ਹਾਂ ਸਾਰੀ ਰਾਤ ਰੱਬ ਦੀ ਬੰਦਗੀ ਕਰੇ ਨਾ, ਤੇ ਪਰਮਾਤਮਾ ਨਾਈ ਦਾ ਰੂਪ ਧਾਰਨ ਕਰਕੇ ਰਾਜੇ ਦੀਆਂ ਮਾਲਸ਼ਾਂ, ਰਾਜੇ ਦੀਆਂ ਮੁੱਠਾ ਚਾਪੀ ਵੀ ਕਰਦਾ। ਭਗਤ ਸੈਣ ਬਾਰੇ ਵੀ ਆਉਂਦਾ ਨਾ ਕਿ ਆਏ ਸੰਤ ਪਰੋਹਣੇ ਕੀਰਤਨ ਹੋਆ, ਰਹਿਣ ਸਬਾਈ ਭਗਤ ਸੈਣ ਜੀ ਜਿਹੜੇ ਰਾਜੇ ਦੇ ਮਹਿਲਾਂ ਵਿੱਚ ਜਾਂਦੇ, ਰਾਜੇ ਨੂੰ ਮੁੱਠਾ ਚਾਪੀ ਕਰਦੇ ਨੇ। ਇੱਕ ਦਿਨ ਉਹਨਾਂ ਘਰ ਸੰਤ ਆ ਗਏ, ਉਹ ਸਾਰੀ ਰਾਤ ਕੀਰਤਨ ਕਰਦੇ ਰਹੇ, ਮਹਿਲ ਵਿੱਚ ਨਹੀਂ ਗਏ। ਦਿਨ ਚੜਿਆ ਤੇ ਮਨ ਵਿੱਚ ਸੋਚਿਆ ਕਿ ਅੱਜ ਝਿੜਕਾਂ ਪੈਣਗੀਆਂ ਵੀ ਰਾਤ ਮੈਂ ਆਇਆ ਨਹੀਂ। ਤੇ ਜਦੋਂ ਮਹਿਲ ਵਿੱਚ ਗਏ ਤੇ ਰਾਜਾ ਬੜਾ ਪ੍ਰਸੰਨ ਹੋ ਕੇ ਮਿਲਿਆ। ਭਗਤ ਸਾਹਿਬ ਕਹਿੰਦੇ ਮੈਨੂੰ ਮੁਆਫ ਕਰੋ, ਮੈਂ ਮਾਲਿਸ਼ ਕਰਨ ਵਾਸਤੇ ਆ ਨਹੀਂ ਸਕਿਆ। ਤੇ ਰਾਜਾ ਕਹਿਣ ਲੱਗਾ, ਜਿਹੜੀ ਮਾਲਿਸ਼ ਕੱਲ ਰਾਤ ਨੂੰ ਹੋਈ ਹੈ ਉਹੋ ਜਿਹਾ ਆਰਾਮ ਅੱਜ ਤੱਕ ਮਿਲਿਆ ਹੀ ਨਹੀਂ। ਕਿਉਂਕਿ ਪ੍ਰਮਾਤਮਾ ਭਗਤ ਦਾ ਰੂਪ ਧਾਰਨ ਕਰਕੇ ਖਾਲਸਾ ਜੀ ਭਗਤ ਦੇ ਕੰਮ ਕਰਦਾ ਰਿਹਾ। ਭਗਤ ਨਾਮਦੇਵ ਦੀ ਕੁਟੀਆ ਬਣਾਉਂਦਾ ਰਿਹਾ। ਸੋ ਇਹ ਤਾਂ ਕਿਰਪਾ ਹੁੰਦੀ ਹੈ ਜੇ ਭਗਤ ਧੰਨਾ ਜੀ ਵਰਗੀ, ਭਗਤ ਸੈਣ ਜੀ ਵਰਗੀ, ਭਗਤ ਨਾਮਦੇਵ ਜੀ ਵਰਗੀ ਭਾਵਨਾ ਅੰਦਰ ਹੋਵੇ। ਭਗਤਾਂ ਨੇ ਸੱਚਮੁੱਚ ਪਰਮਾਤਮਾ ਨੂੰ ਵਸ ਵਿੱਚ ਕੀਤਾ ਤੇ ਖਾਲਸਾ ਜੀ ਵਸ ਵਿੱਚ ਕੀਤਾ ਪ੍ਰੇਮ ਦੀਆਂ ਡੋਰੀਆਂ ਪਾ ਕਰਕੇ। ਤਾਂ ਹੀ ਕਰਕੇ ਗੁਰੂ ਕੀ ਬਾਣੀ ਨੇ ਕਿਹਾ, ਮੇਰੀ ਬਾਂਦੀ ਭਗਤ ਛੁਡਾਵੈ, ਬਾਂਦੀ ਭਗਤ ਨਾ ਛੁਟੈ ਮੋਹੇ। ਪਰਮਾਤਮਾ ਦਾ ਬਚਨ ਹੋ ਜਾਵੇ ਤੇ ਕਹਿੰਦੇ ਭਗਤ ਛੁਡਾ ਸਕਦਾ, ਪਰ ਜੇ ਭਗਤ ਕਿਸੇ ਨੂੰ ਧੱਕਾ ਦੇ ਦੇਵੇ ਤੇ ਪਰਮਾਤਮਾ ਵੀ ਨਹੀਂ ਛਡਾਉਂਦਾ। ਇਹ ਮਾਨ ਇਹ ਭਗਤਾਂ ਨੂੰ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਨੇ, ਪੰਜੇ ਪਾਤਸ਼ਾਹੀਆਂ ਤੇ ਨੌਵੇਂ ਪਾਤਸ਼ਾਹ ਨੇ ਜਦੋਂ ਆਪਣੀ ਬਾਣੀ ਲਿਖੀ ਹੈ, ਮਹੱਲਾ ਪਹਿਲਾ ਹੈ, ਪਰ ਭਗਤਾਂ ਦਾ ਦਰਜਾ ਕਿੱਡਾ ਮਹਾਨ ਹੈ। ਜਦੋਂ ਭਗਤਾਂ ਦੀ ਬਾਣੀ ਆਈ ਤੇ ਸਤਿਕਾਰ ਨਾਲ ਲਿਖਿਆ, ਬਾਣੀ ਭਗਤ ਫਰੀਦ ਜੀ ਕੀ, ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਨਾਮਦੇਵ ਜੀਓ ਕੀ। ਭਗਤਾਂ ਦੇ ਨਾਲ ਬਕਾਇਦਾ ਜੀਓ ਸ਼ਬਦ ਦੀ ਵਰਤੋਂ ਕੀਤੀ ਦੱਸਣ ਵਾਸਤੇ ਕਿ ਭਗਤ ਵਰਗਾ ਰੁਤਬਾ ਦੁਨੀਆ ਦੇ ਤਖਤੇ ਤੇ ਦੂਜਾ ਨਹੀਂ ਹੁੰਦਾ। ਸੋ ਖਾਲਸਾ ਜੀ ਐਸੇ ਮਹਾਨ ਭਗਤ ਦੇ ਜਨਮ ਦਿਹਾੜੇ ਦੀਆਂ ਬੇਅੰਤ ਵਧਾਈਆਂ ਤੇ ਅਰਦਾਸ ਕਰੀਏ ਭਗਤ ਧੰਨਾ ਜੀ ਵਰਗੀ ਭਾਵਨਾ ਸਾਡੇ ਅੰਦਰ ਬਣ ਜਾਵੇ। ਰੋਜ਼ਾਨਾ ਸਿੱਖ ਅਰਦਾਸ ਕਰਕੇ ਆਉਂਦਾ, ਕੜਾਹ ਪ੍ਰਸ਼ਾਦ ਦੀ ਭੇਟਾ ਲੈ ਕੇ। ਕਿਤੇ ਸੱਚਮੁੱਚ ਇਹੋ ਜੀ ਭਾਵਨਾ ਹੋਵੇ ਵੀ ਸਿੱਖ ਕੜਾਹ ਪ੍ਰਸ਼ਾਦ ਲੈ ਕੇ ਆਵੇ ਤੇ ਕਲਗੀਆਂ ਵਾਲੇ ਖੁਦ ਭੋਗ ਲਾ ਦੇ। ਜਿਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਦੇ ਪ੍ਰਸ਼ਾਦੇ ਦੀ ਥਾਲ ਨੂੰ ਵੇਖ ਕੇ ਗੁਰੂ ਨਾਨਕ ਨੇ ਪ੍ਰਤੱਖ ਹੋ ਕੇ ਭੋਗ ਲਾਇਆ। ਸੰਤ ਬਾਬਾ ਅਤਰ ਸਿੰਘ ਜੀ ਦੀ ਭਾਵਨਾ ਵੇਖ ਕੇ ਕਲਗੀਧਰ ਪ੍ਰਤੱਖ ਹੋ ਗਏ। ਉਹੋ ਜੀ ਭਾਵਨਾ ਸਾਡੀ ਵੀ ਝੋਲੀ ਵਿੱਚ ਆਵੇ। ਸੋ ਬੀਤੇ ਦਿਨੀ ਆਪ ਜੀ ਵੱਡਾ ਘੱਲੂਕਾਰਾ ਸਰਵਣ ਕਰ ਰਹੇ ਸੋ ਕਿ ਕਿਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੂਝ ਰਹੇ, ਬਾਬਾ ਸ਼ਾਮ ਸਿੰਘ ਨਾਰੋਂਕੇ ਵਾਲੇ ਜੂਝ ਰਹੇ ਤੇ ਬਾਬੇ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਜਦੋਂ ਬੰਦੂਕਾਂ ਚਲਾਈਆਂ, ਉਹੋ ਜਿਹੀ ਬੰਦੂਕ ਦੁਨੀਆ ਦੇ ਤਖਤੇ ਤੇ ਕੋਈ ਚਲਾ ਨਹੀਂ ਸਕਿਆ। ਸੋ ਆਓ ਅੱਗੇ ਇਤਿਹਾਸ ਦੀ ਲੜੀ ਨੂੰ ਆਰੰਭ ਕਰੀਏ।
ਦੋਵੇਂ ਹੱਥ ਜੋੜ ਕੇ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੋਰ ਪਾਏ ਸਿੰਘ ਫੌਜ ਨਿਕਾਰੀ। ਸੋ ਖਾਲਸਾ ਜੀ ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਆ ਐਸਾ ਜੰਗ ਦੇ ਮੈਦਾਨ ਵਿੱਚ ਜੰਗੀ ਅਭਿਆਸ ਵਿਖਾਇਆ, ਐਸੇ ਜੋਹਰ ਆਪਣੇ ਜੰਗ ਦੇ ਮੈਦਾਨ ਵਿੱਚ ਵਿਖਾਏ ਕਿ ਤੁਰਕਾਂ ਦੀ ਫੌਜ ਨੂੰ ਇੱਕ ਵਾਰ ਵਹੀਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਘੇਰਿਓ ਬਹੀਰ ਬਹੁਤ ਮਣ ਭਾਰੀ। ਪਰ ਖਾਲਸਾ ਜੀ ਇੱਕ ਜਥੇ ਨੂੰ ਬਾਹਰ ਕੱਢਿਆ, ਭਾਵ ਫੌਜ ਦੀ ਇੱਕ ਟੁਕੜੀ ਨੂੰ ਬਾਹਰ ਕੱਢਿਆ ਤੇ 12,000 ਸਿਪਾਹੀਆਂ ਦੀ ਇੱਕ ਹੋਰ ਟੁਕੜੀ ਨੇ ਆ ਕੇ ਦੁਬਾਰਾ ਫਿਰ ਖਾਲਸੇ ਦੀ ਵਹੀਰ ਤੇ ਹਮਲਾ ਕਰ ਦਿੱਤਾ। ਤਿਨ ਮੈਂ ਗ੍ਰੰਥ ਤੁਰਤ ਥੇ ਦੇਵ ਦੋਏ। ਤੇ ਜਦੋਂ ਵਹੀਰ ਤੇ ਦੁਬਾਰਾ ਹਮਲਾ ਹੋਇਆ, ਵਹੀਰ ਦੇ ਜਿਸ ਜਥੇ ਵਿੱਚ ਹਮਲਾ ਹੋਇਆ ਸੀ, ਇਸ ਜਥੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 2 ਪਾਵਨ ਸਰੂਪ ਵੀ ਸਨ। ਜਦੋਂ ਗੁਰੂ ਕੇ ਸਿੰਘਾਂ ਤੇ ਹਮਲਾ ਹੋਇਆ, ਇੱਕ ਅੰਮ੍ਰਿਤ ਸਰੀਏ ਦਮ ਦਮੀਏ ਜੋਏ। ਇੱਕ ਤੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅੰਮ੍ਰਿਤਸਰ ਸਾਹਿਬ ਵਾਲਾ ਤੇ ਇੱਕ ਦਮਦਮਾ ਸਾਹਿਬ ਵਾਲਾ, ਜਿਹਨੂੰ ਦਮਦਮੀ ਬੀੜ ਕਹਿੰਦੇ। ਸੋ ਇਹ 2 ਸਰੂਪ ਵੀ ਉਸ ਵਕਤ ਵਹੀਰ ਵਿੱਚ ਸਨ। ਘੇਰ ਲਿਓ ਤਿਨ ਅੱਗਿਓਂ ਆਏ। ਤੇ ਖਾਲਸਾ ਜੀ ਅਬਦਾਲੀ ਦੀਆਂ ਫੌਜਾਂ ਨੇ ਇਹ ਅੰਮ੍ਰਿਤਸਰ ਵਾਲੇ ਤੇ ਦਮਦਮਾ ਸਾਹਿਬ ਵਾਲੇ ਦੋਵੇਂ ਜਥਿਆਂ ਨੂੰ ਅੱਗੇ ਆ ਕੇ ਘੇਰ ਲਿਆ। ਜੁਦੇ ਜੁਦੇ ਦੇ ਦਏ ਕਰਾਏ। ਤੇ ਪਹਿਲਾਂ ਦੋਵੇਂ ਜਥੇ ਅੰਮ੍ਰਿਤਸਰ ਵਾਲੇ ਤੇ ਦਮਦਮਾ ਸਾਹਿਬ ਵਾਲੇ, ਜਿੱਥੋਂ ਦਮਦਮਾ ਸਾਹਿਬ ਵਿਦਿਆ ਦਾ ਬਹੁਤ ਵੱਡਾ ਕੇਂਦਰ ਸੀ, ਗੁਰੂ ਕੀ ਕਾਸ਼ੀ, ਅੱਜ ਵੀ ਗੁਰੂ ਕੇ ਸਿੱਖ ਨਮਸਕਾਰਾਂ ਕਰਦੇ। ਦਮਦਮਾ ਸਾਹਿਬ ਵਾਲੇ ਜਥੇ, ਉੱਥੇ ਜਿਹੜੇ ਸਿੰਘ ਵਿਦਿਆਰਥੀ ਤਿਆਰ ਹੁੰਦੇ ਸੀ, ਆਪਾਂ ਅੱਜ ਵੀ ਉਸ ਮਹਾਨ ਸੰਪਰਦਾ ਨੂੰ ਦਮਦਮੀ ਟਕਸਾਲ ਕਹਿੰਦੇ ਆ। ਸੋ ਦਮਦਮਾ ਸਾਹਿਬ ਵਾਲੇ ਜਥੇ ਦੇ ਸਿੰਘ ਤੇ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਦੇ ਸਿੰਘ ਦੋਵੇਂ ਵੱਖ-ਵੱਖ ਹੋ ਗਏ। ਧਾਰੇ ਗ੍ਰੰਥ ਤੈ ਲੜੇ ਮਜੈਲ। ਤੇ ਵੇਖੋ ਜਿਹੜੇ ਵਿਦਿਆਰਥੀ ਸਿੰਘ ਸੀ ਵੀ ਉਹ ਵੀ ਕਿੰਨੇ ਫੁਰਤੀਲੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਕਮਰ ਕੱਸਿਆਂ ਦੇ ਨਾਲ ਲੱਕ ਨਾਲ ਬੰਨਿਆ ਗੁਰੂ ਕੇ ਸਿੰਘਾਂ ਨੇ, ਤੇ ਆਪਣੀ ਪਿੱਠ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਕਮਰ ਕੱਸੇ ਨਾਲ ਕਰਕੇ ਤੇ ਫਿਰ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਨ ਲੱਗ ਪਏ। ਰਖਤ ਹੁਤੇ ਤੇ ਸ਼ਸਤਰ ਗੈਲ। ਗੁਰੂ ਕੇ ਸਿੰਘ ਭਾਵੇਂ ਵਿਦਿਆਰਥੀ ਸੀ ਪਰ ਆਪਣੇ ਨਾਲ ਸ਼ਸਤਰ ਜ਼ਰੂਰ ਰੱਖਦੇ ਸੀ। ਘੜੀ ਕੁ ਲੜੇ ਫਿਰ ਲੀਨੇ ਮਾਰ। ਤੇ ਖਾਲਸਾ ਜੀ ਇੱਕ ਘੜੀ ਜਿਹੜੇ ਅੰਮ੍ਰਿਤਸਰ ਵਾਲੇ ਜਥੇ ਦੇ ਵਿਦਿਆਰਥੀ ਸਿੰਘ ਲੜਦੇ ਰਹੇ ਜੰਗ ਦੇ ਮੈਦਾਨ ਦੇ ਵਿੱਚ, ਪਰ 12,000 ਸਿਪਾਹੀ ਆ ਕੇ ਟੁੱਟ ਪਿਆ ਤੇ ਅਖੀਰ ਉਹ ਸ਼ਹੀਦੀਆਂ ਪਾ ਗਏ। ਫਿਰ ਦਮੀ ਦਮੀਆਂ ਪਰ ਧਰੀ ਤਲਵਾਰ। ਹੁਣ ਦਮਦਮੀ ਵਿਦਿਆਰਥੀਆਂ ਦਾ ਜਥਾ ਉਹ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ, ਜੰਗ ਦੇ ਮੈਦਾਨ ਵਿੱਚ ਮੁਕਾਬਲਾ ਕਰਦਾ ਹੈ। ਪਾਉ ਘੜੀ ਤੈ ਤੇ ਉਲੜੇ। ਪੌਣੀ ਕੋ ਘੜੀ ਦਮਦਮੀ ਵਿਦਿਆਰਥੀ ਦੇ ਜਥੇ ਦੇ ਸਿੰਘ ਖਾਲਸਾ ਜੀ ਇਹ ਪੌਣੀ ਕੋ ਘੜੀ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ। ਬਿਨ ਹਥਿਆਰ ਉਤੇ ਕਿਆ ਕਰੇ। ਪਰ ਬਿਨਾਂ ਹਥਿਆਰਾਂ ਤੋਂ ਜੰਗ ਕਿਵੇਂ ਹੋਵੇ? ਉਹਨਾਂ ਕੋਲ ਤੋਪਾਂ, ਬੰਦੂਕਾਂ, ਤੇ ਇਧਰ ਗੁਰੂ ਕੇ ਸਿੰਘਾਂ ਕੋਲ ਕੇਵਲ ਸਲੋਤਰ ਹੀ ਰਹਿ ਗਏ। ਦੀਨ ਮਜਬ ਕਾ ਯੁੱਧ ਪਛਾਣ। ਪਰ ਵਿਦਿਆਰਥੀ ਸਿੰਘ ਧਰਮ ਯੁੱਧ ਦੇ ਚਾਅ ਨੂੰ ਲੈ ਕਰਕੇ ਅਬਦਾਲੀ ਦੀ ਫੌਜਾਂ ਦਾ ਮੁਕਾਬਲਾ ਕਰਦੇ ਰਹੇ। ਢੀਮ ਸੋਟੇ ਕਰ ਮਾਰਨ ਤਾਣ। ਤੇ ਜਿਹੜੇ ਮੋٹے-ਮੋٹے ਸਲੋਤਰ ਵਿਦਿਆਰਥੀ ਸਿੰਘਾਂ ਦੇ ਕੋਲ ਸੀ, ਖਾਲਸਾ ਜੀ ਉਹ ਮੋٹے ਸਲੋਤਰਾਂ ਦੇ ਨਾਲ ਹੀ ਦੁਸ਼ਮਣ ਨੂੰ ਜੰਗ ਦੇ ਮੈਦਾਨ ਵਿੱਚ ਧੂੜ ਚਟਾਉਂਦੇ ਨੇ। ਢੀਮ ਸੋਟਨ ਤੇ ਕਬ ਵੈ ਮਰੇ। ਪਰ ਸਲੋਤਰਾਂ ਦੇ ਨਾਲ ਕਿੰਨਾ ਚਿਰ ਜੰਗ ਦੇ ਮੈਦਾਨ ਵਿੱਚ ਡਟ ਸਕਦੇ ਸਨ। ਮਾਰ ਤੇਗ ਉਨ ਦੋਏ ਤਰਲ ਕੜੇ। ਅਖੀਰ ਗਿਲਜਿਆਂ ਦੀ ਫੌਜ ਦਾ ਇੱਕ ਹੋਰ ਜਥਾ ਆਇਆ ਤੇ ਦਮਦਮੀ ਜਥੇ ਦੇ ਵਿਦਿਆਰਥੀ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ। ਗਹਿਲ ਪਿੰਡ ਢਿਗਿਆ ਪੁਜਿਓ ਮਾਰਤ ਮਰਤ ਬਹੀਰ। ਹੁਣ ਇਸ ਤਰ੍ਹਾਂ ਲੜਦੇ ਮਰਦੇ ਜਿਹੜੀ ਵਹੀਰ ਸੀ ਖਾਲਸੇ ਦੀ, ਗਹਿਲ ਪਿੰਡ ਆ ਕੇ ਪਹੁੰਚ ਗਈ। ਕਦੇ ਸਿੰਘ ਵਿੱਚ ਆ ਲੜੇ ਕਦੇ ਜਾਏ ਹੋਏ ਤੀਰ। ਲੜਦੇ ਨੇ ਜੰਗ ਦੇ ਮੈਦਾਨ ਵਿੱਚ, ਜਦੋਂ ਬਹੁਤੇ ਜ਼ਖਮੀ ਹੁੰਦੇ ਦੁਬਾਰਾ ਫਿਰ ਵਹੀਰ ਵਿੱਚ ਆ ਜਾਂਦੇ
ਤੇ ਜਦੋਂ ਸਿੰਘ ਵਹੀਰ ਵਿੱਚ ਆਉਂਦੇ, ਜਿਹੜੇ ਵਹੀਰ ਦੇ ਸਿੰਘ ਸੀ ਉਹ ਜਾ ਕੇ ਜੰਗ ਦੇ ਮੈਦਾਨ ਵਿੱਚ ਦੁਬਾਰਾ ਮੁਕਾਬਲਾ ਕਰਦੇ। ਤਬ ਬਹੀਰ ਨੇ ਪਿੰਡ ਤਕਾਇਓ, ਉਦੋਂ ਫਿਰ ਵਹੀਰ ਨੇ ਵੇਖਿਆ ਵੀ ਸਾਹਮਣੇ ਇੱਕ ਨਗਰ, ਇੱਕ ਪਿੰਡ ਆ ਰਿਹਾ ਹੈ। ਪਿੰਡ ਲੋਕਨ ਨੇ ਬੂਹੋ ਉਡਾਇਓ, ਪਰ ਜਦੋਂ ਵਹੀਰ ਉਹ ਪਿੰਡ ਦੇ ਵਿੱਚ ਦਾਖਲ ਹੁੰਦੀ ਹੈ, ਪਿੰਡ ਦੇ ਲੋਕਾਂ ਨੇ ਬੂਹੇ ਵੀ ਬੰਦ ਕਰ ਲਏ। ਪਿੰਡ ਮੈਂ ਵੜਨਾ ਦੀਨੋ ਕੋ, ਵਹੀਰ ਨੂੰ ਪਿੰਡ ਦੇ ਵਿੱਚ ਵੜਨ ਵੀ ਨਾ ਦਿੱਤਾ ਤੇ ਘਰਾਂ ਦੇ ਬੂਹੇ ਬੰਦ ਕਰ ਲਏ ਵੀ ਕਿਤੇ ਗੁਰੂ ਕੇ ਸਿੱਖ ਅੰਦਰ ਨਾ ਆ ਜਾਣ। ਸੋ ਇਸ ਤਰ੍ਹਾਂ ਔਖੇ ਸਮੇਂ ਦੇ ਵਿੱਚ ਖਾਲਸਾ ਜੀ ਖਾਲਸੇ ਨੂੰ ਵੇਖ ਕੇ ਉੱਥੋਂ ਦੇ ਲੋਕਾਂ ਨੇ ਬੂਹੇ ਬੰਦ ਕਰ ਲਏ ਤੇ ਦੁੱਖ ਦੇ ਸਮੇਂ ਵਿੱਚ ਨਾਲ ਨਹੀਂ ਖੜੇ, ਆਪਣੇ ਘਰਾਂ ਦੇ ਵਿੱਚ ਜਗ੍ਹਾ ਨਹੀਂ ਦਿੱਤੀ। ਔਖੀ ਬਣੀ ਬਹੀਰ ਸੁਤੋ, ਇਸ ਤਰ੍ਹਾਂ ਖਾਲਸੇ ਦੀ ਵਹੀਰ ਦੇ ਉੱਤੇ ਔਖੀ ਆ ਕੇ ਔਖਾ ਸਮਾਂ ਆ ਗਿਆ, ਕਠਨ ਸਮਾਂ ਆ ਗਿਆ। ਪਰ ਵੇਖੋ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ। ਇਤਿਹਾਸ ਸੁਣਨਾ ਸੁਣਾਉਣਾ ਤੇ ਬਹੁਤ ਸੁਖੈਲਾ ਹੁੰਦਾ ਹੈ, ਪਰ ਜਿਹੜੇ ਛੋਟੇ ਘੱਲੂਘਾਰੇ ਵੱਡੇ ਘੱਲੂਘਾਰੇ ਵਿੱਚ ਲੜ ਰਹੇ ਸਨ, ਇਹ ਤੇ ਹੁਣ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਉਹਨਾਂ ਮੁਕਾਬਲਾ ਕੀਤਾ। ਪਰ ਐਸੇ ਦੁੱਖ ਦੇ ਸਮੇਂ ਦੇ ਵਿੱਚ ਜਦੋਂ ਲੜ ਰਹੇ ਸੀ, ਮੁਕਾਬਲਾ ਕਰ ਰਹੇ ਸੀ ਖਾਲਸਾ ਜੀ, ਤੇ ਜਿਹੜੇ ਨਗਰ ਵਿੱਚ ਜਾ ਰਹੇ ਸੀ, ਨਗਰ ਦੇ ਲੋਕ ਸਿੰਘਾਂ ਨੂੰ ਵੇਖ ਕੇ ਬੂਹੇ ਬੰਦ ਕਰ ਲੈਂਦੇ ਸੀ। ਤੇ ਇਤਿਹਾਸ ਵੇਖ ਕੇ ਕਈ ਵਾਰੀ ਗੁਰੂ ਨਾਨਕ ਸਾਹਿਬ ਦੀ ਦਿੱਤੀ ਸਿੱਖਿਆ ਦੇ ਉੱਤੇ ਮਾਣ ਵੀ ਆਉਂਦਾ ਹੈ ਵੀ ਜਦੋਂ ਖਾਲਸੇ ਦੇ ਉੱਤੇ ਹਮਲੇ ਹੁੰਦੇ ਸੀ, ਖਾਲਸਾ ਸੰਘਰਸ਼ ਕਰਦਾ ਸੀ, ਲੋਕ ਆਪਣੇ ਬੂਹੇ ਬੰਦ ਕਰ ਲੈਂਦੇ ਸੀ। ਪਰ ਵੇਖੋ ਸਤਿਗੁਰੂ ਦੀ ਕਿਰਪਾ ਇਸ ਖਾਲਸੇ ਦੇ ਉੱਤੇ ਕਿ ਅੱਜ ਵਿਸ਼ਵ ਭਰ ਦੇ ਵਿੱਚ ਕਿਤੇ ਵੀ ਆਪਦਾ ਆਉਂਦੀ ਹੈ, ਕਿਤੇ ਵੀ ਜੰਗ ਲੱਗਦੀ ਹੈ, ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਸਿੱਖ ਲੰਗਰ ਲੈ ਕੇ ਪਹੁੰਚ ਜਾਂਦੇ ਨੇ ਕਿ ਕਿਸੇ ਵੀ ਦੇਸ਼ ਦਾ ਵਿਅਕਤੀ ਕਦੇ ਭੁੱਖਾ ਨਾ ਰਹੇ। ਸੋ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਿਲੱਖਣਤਾ ਹੈ ਵੀ ਜਿਨ੍ਹਾਂ ਸਿੱਖਾਂ ਨੂੰ ਵੇਖ ਕੇ ਕਦੇ ਲੋਕ ਬੂਹੇ ਬੰਦ ਕਰਦੇ ਰਹੇ, ਉਹੀ ਗੁਰੂ ਨਾਨਕ ਦੇ ਸਿੱਖ ਅੱਜ ਕਿਸੇ ਵੀ ਦੇਸ਼ ਦੇ ਉੱਤੇ ਬੁਰਾ ਸਮਾਂ ਆਪਦਾ ਆਉਂਦੀ ਹੈ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਸਿੱਖ ਪਹੁੰਚ ਕਰਕੇ ਉੱਥੇ ਸੇਵਾ ਕਰਦੇ ਨੇ। ਸੋ ਇਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜੀਆਂ ਮਹਾਨ ਸੰਸਥਾਵਾਂ ਗੁਰੂ ਨਾਨਕ ਸਾਹਿਬ ਦੇ ਦਿੱਤੇ ਉਪਦੇਸ਼ ਨੂੰ ਲੈ ਕੇ ਚੱਲਦੀਆਂ, ਇਹ ਗੁਰੂ ਨਾਨਕ ਦੀ ਕਿਰਪਾ ਹੀ ਵਰਤ ਰਹੀ ਹੈ। ਕਿਛ ਲੁਖ ਪੜੇ ਗੁਹਾਰਨ ਮਾਹੇ, ਸੋ ਖਾਲਸਾ ਜੀ ਉਦੋਂ ਫਿਰ ਗੁਰੂ ਕੇ ਸਿੰਘ ਉਹਨਾਂ ਪਿੰਡਾਂ ਦੇ ਵਿੱਚੋਂ ਦੀ ਅਗਾਂਹ ਲੰਘਦੇ ਨੇ। ਸੋ ਗਿਲ ਜੰਨੇ ਛੋਡੇ ਨਾਹੇ, ਤੇ ਜਦੋਂ ਗੁਰੂ ਕੇ ਸਿੰਘ ਪਿੰਡ ਦੇ ਗੁਹਾਰਿਆਂ ਵਿੱਚ ਜਾ ਕੇ ਪ੍ਰਵੇਸ਼ ਕਰਦੇ, ਗਿਲਜਿਆਂ ਨੂੰ ਪਤਾ ਲੱਗ ਗਿਆ ਵੀ ਇਸ ਪਿੰਡ ਦੇ ਵਿੱਚ ਆਏ ਨੇ, ਤੇ ਪਿੱਛੋਂ ਹੀ ਅਬਦਾਲੀ ਦੀ ਫੌਜਾਂ ਨੇ, ਪਠਾਣਾ ਤੇ ਗਿਲਜਿਆਂ ਨੇ ਆ ਕੇ ਦੁਬਾਰਾ ਹਮਲਾ ਕਰ ਦਿੱਤਾ। ਚਮਿਆਰਨ ਚੂਹੜਨ ਕੈ ਜੁੜ ਵੜੇ, ਤੇ ਜਿਹੜੇ ਚਮਿਆਰਾਂ ਤੇ ਚੂੜਿਆਂ ਦੇ ਘਰ ਉਸ ਪਿੰਡ ਦੇ ਵਿੱਚ ਸਨ, ਉਹ ਵੀ ਗਿਲਜਿਆਂ ਦੇ ਪਠਾਣਾ ਦੇ ਨਾਲ ਰਲ ਗਏ। ਕਾਢ ਲੋਗਨ ਤੇ ਬਾਹਰ ਕਰੇ, ਤੇ ਪਿੰਡ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਬਾਹਰ ਕੱਢਣ ਲੱਗ ਪਏ। ਲੋਤਨ ਉੱਪਰ ਲੋਤ ਹੋਏ ਪਈ, ਇੰਨਾ ਕਿ ਕਤਲੇਆਮ ਹੋਇਆ ਵੀ ਲਾਸ਼ਾਂ ਦੇ 10-10 ਫੁੱਟ ਤੱਕ ਢੇਰ ਲੱਗ ਗਏ। ਉਨ ਤਨ ਗਿਰ ਕੇ ਬਚ ਰਹੇ ਕਈ, ਤੇ ਜਿਹੜੇ ਕੋਈ ਸ਼ਰੀਰ ਉਹਨਾਂ ਲਾਸ਼ਾਂ ਦੇ ਭਾਰ ਦੇ ਹੇਠ ਬਚ ਕੇ ਆਪਣੀ ਜਾਨ ਬਚਾ ਰਹੇ ਸਨ, ਉਨ ਕੈ ਚੀਜ਼ ਸਟੋਲਨ ਵਾਰ, ਤੇ ਉਸ ਪਿੰਡ ਦੇ ਲੁਟੇਰੇ ਚੀਜ਼ਾਂ ਨੂੰ ਲੁੱਟਣ ਵਾਸਤੇ ਉਹਨਾਂ ਨੂੰ ਵੀ ਮਾਰਨ ਲੱਗ ਪਏ। ਇਤਨੇ ਮੈਂ ਫਿਰ ਦੀਨੇ ਮਾਰ, ਦੁਬਾਰਾ ਉਧਰੋਂ ਅਬਦਾਲੀ ਦੀ ਫੌਜ ਨੇ ਹਮਲਾ ਕੀਤਾ ਤੇ ਇਧਰੋਂ ਪਿੰਡ ਦੇ ਲੋਕਾਂ ਨੇ ਸਮਾਨ ਲੁੱਟਣ ਵਾਸਤੇ ਸਿੰਘਾਂ ਦਾ ਕਤਲੇਆਮ ਫਿਰ ਸ਼ੁਰੂ ਕਰ ਦਿੱਤਾ। ਉਹਾਂ ਸੋਰੀ ਥੀ ਕਣੀ ਚਰੀ ਬਾਜਰੇ ਵਾਰ, ਉੱਥੇ ਖਾਲਸਾ ਜੀ ਚਰੀ ਬਾਜਰੇ ਦੀ ਜਿਹੜੀ ਸ਼ੋਰੀ ਸੀ, ਕਹਿੰਦੇ ਗੁਰੂ ਕੇ ਸਿੰਘ ਉਧਰ ਬਾਜਰੇ ਦੇ ਖੇਤਾਂ ਵੱਲ ਨੂੰ ਉਧਰ ਨੂੰ ਚਲੇ ਗਏ। ਬੋ ਲੋਕ ਤਿੰਨ ਮੈਂ ਛਪੇ ਸੋ ਉਸ ਦੀਨੇ ਜਾਰ, ਤੇ ਜਦੋਂ ਗੁਰੂ ਕੇ ਖਾਲਸੇ ਦੇ ਵਹੀਰ ਦੇ ਵਿੱਚੋਂ ਕੁਝ ਸਿੰਘ ਪਰਿਵਾਰਾਂ ਦੇ ਨਾਲ ਉਧਰ ਨੂੰ ਗਏ, ਕਹਿੰਦੇ ਅਬਦਾਲੀ ਨੇ ਹੁਕਮ ਕੀਤਾ ਤੇ ਕਹਿੰਦਾ ਵੀ ਅੱਗ ਲਾ ਦਿਓ, ਵਿੱਚ ਹੀ ਸੜ ਜਾਣਗੇ। ਤੇ ਖਾਲਸਾ ਜੀ ਇਸ ਤਰ੍ਹਾਂ ਬਾਜਰੇ ਨੂੰ ਅੱਗ ਲਾ ਕਰਕੇ ਸਾਰੇ ਦੇ ਸਾਰੇ ਜਿੰਨੇ ਵੀ ਗੁਰੂ ਕੇ ਸਿੰਘ ਸੀ ਉਹ ਉੱਥੇ ਹੀ ਸੜ ਗਏ, ਉੱਥੇ ਹੀ ਅਗਨ ਭੇਟ ਹੋ ਗਏ। ਇਸ ਤਰ੍ਹਾਂ ਵੱਡੇ ਘੱਲੂਘਾਰੇ ਵਿੱਚ ਕਿੰਨੇ ਕੇ ਸ਼ਹੀਦ ਹੋਏ, ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ। ਉਹਾਂ ਚੜਤ ਸਿੰਘ ਗੁੱਸਾ ਖਾਇਆ, ਤੇ ਜਦੋਂ ਬਾਬਾ ਚੜਤ ਸਿੰਘ ਨੂੰ ਪਤਾ ਲੱਗਾ, ਉਹਨਾਂ ਨੂੰ ਬਹੁਤ ਕ੍ਰੋਧ ਆਇਆ। ਮੁੜ ਕਰ ਘੋੜਾ ਬਹੀਰ ਰਲਾਇਆ, ਬਾਬਾ ਚੜਤ ਸਿੰਘ ਨੇ ਦੁਬਾਰਾ ਫਿਰ ਜੰਗ ਦੇ ਮੈਦਾਨ ਦੇ ਵਿੱਚੋਂ ਘੋੜਾ ਖਿੱਚ ਕੇ ਵਹੀਰ ਵੱਲ ਲਿਆਂਦਾ। 5 ਬੰਦੂਕੀਏ ਭਰਦੇ ਬੰਦੂਕ, ਤੇ ਬਾਬਾ ਚੜਤ ਸਿੰਘ ਬੰਦੂਕ ਚਲਾਉਂਦੇ ਤੇ 5 ਸਿੱਖ ਨਾਲ ਬੰਦੂਕ ਭਰ ਕੇ ਦਿੰਦੇ, ਕਿਉਂਕਿ ਤੋੜੇਦਾਰ ਬੰਦੂਕਾਂ ਸੀ,
ਬਾਬਾ ਚੜਤ ਸਿੰਘ ਨੇ ਇੱਕ ਬੰਦੂਕ ਚਲਾਉਣੀ, ਨਾਲ 5 ਸਿੱਖ 5-5 ਬੰਦੂਕਾਂ ਨਾਲ ਦੀ ਨਾਲ ਭਰ ਕੇ ਰੱਖਦੇ, ਇੱਕ ਬੰਦੂਕ ਦਾ ਫਾਇਰ ਕਰਦੇ ਨਾਲ ਹੀ ਦੂਸਰੀ ਬੰਦੂਕ ਪਕੜਾ ਦਿੰਦੇ। ਇਸ ਫੁਰਤੀ ਦੇ ਨਾਲ ਬਾਬਾ ਚੜਤ ਸਿੰਘ ਜੀ ਬੰਦੂਕ ਚਲਾਉਂਦੇ। ਮਾਰੇ ਚੜਤ ਸਿੰਘ ਗਿਲਜਨ ਅਚੂਕ। ਇਸ ਤਰ੍ਹਾਂ ਬਾਬਾ ਚੜਤ ਸਿੰਘ ਨੇ ਫਿਰ ਬਹੁਤ ਗਿਲਜਿਆਂ ਨੂੰ ਢਹਿ ਢੇਰੀ ਕੀਤਾ। ਪਿਓ ਪਿਆਸੋ ਸਾਹੋ ਤੋ ਖੜ ਤਿਨ ਪੀਤੋ ਨੀਰ। ਤੇ ਖਾਲਸਾ ਜੀ ਹੁਣ ਜੰਗ ਦੇ ਮੈਦਾਨ ਵਿੱਚ ਸਿਖਰ ਦੁਪਹਿਰੇ ਜਦੋਂ ਜੰਗ ਹੋ ਰਿਹਾ, ਅਬਦਾਲੀ ਦੀਆਂ ਫੌਜਾਂ ਵੀ ਥੱਕ ਗਈਆਂ ਤੇ ਅਬਦਾਲੀ ਵੀ। ਕਹਿੰਦੇ ਹੁਣ ਪਿਆਸਾ ਮਰਨ ਲੱਗ ਪਿਆ, ਅਬਦਾਲੀ ਪਾਣੀ ਦੀ ਟੋਲ ਕਰਨ ਲੱਗ ਪਿਆ। ਧੀਰੀ ਧੀਰੀ ਹੋਇਆਈ ਤੋ ਪਰ ਗਿਓ ਫਰਕ ਬਹੀਰ। ਤੇ ਅਬਦਾਲੀ ਦੀ ਫੌਜਾਂ ਦੀ ਜਿਹੜੀ ਰਫ਼ਤਾਰ ਸੀ ਉਹ ਢਿੱਲੀ ਹੋ ਗਈ, ਕਿਉਂਕਿ ਪਿਆਸੇ ਮਰ ਰਹੇ ਸਨ, ਪਾਣੀ ਨਹੀਂ ਸੀ ਲੱਭ ਰਿਹਾ। ਤੇ ਜਦੋਂ ਇਸ ਤਰ੍ਹਾਂ ਫੌਜਾਂ ਦੀ ਰਫ਼ਤਾਰ ਢਿੱਲੀ ਹੋਈ, ਜਿਹੜੀ ਖਾਲਸੇ ਦੇ ਦਲ ਦੀ ਵਹੀਰ ਸੀ ਉਹ ਖਾਲਸਾ ਜੀ ਅਬਦਾਲੀ ਦੀ ਫੌਜਾਂ ਤੋਂ ਅਗਾਂਹ ਹੋ ਗਈ। ਸ਼ਾਹੋ ਹੁਤੋ ਕਸ਼ ਧੂਪ ਸੰਤਾਇਓ। ਤੇ ਅਹਿਮਦ ਸ਼ਾਹ ਅਬਦਾਲੀ ਉਧਰੋਂ ਧੁੱਪ ਦੇ ਨਾਲ ਵੀ ਦੁਖੀ ਹੋ ਰਿਹਾ ਸੀ, ਸਿਖਰ ਦੁਪਹਿਰ ਸੀ। ਧੁੱਪੇ ਖਾਲਸੋ ਹੋਤ ਸਵਾਇਓ। ਪਰ ਗੁਰੂ ਕਾ ਖਾਲਸਾ ਪੰਥ ਤਾਂ ਪਹਿਲਾਂ ਹੀ ਜੰਗਲਾਂ ਵਿੱਚ ਰਹਿਣ ਹਿਲਿਆ ਸੀ। ਇਹ ਧੁੱਪ ਦੇ ਵਿੱਚ ਇਹ ਨਹੀਂ ਘਬਰਾਇਆ, ਖਾਲਸਾ ਪੰਥ ਤੇ ਉਸੇ ਤਰ੍ਹਾਂ ਡਟਿਆ ਰਿਹਾ। ਜਹਾਨ ਖਾਨ ਉੱਠ ਲਾਗਿਓ ਗੈਲ। ਤੇ ਅਹਿਮਦ ਸ਼ਾਹ ਅਬਦਾਲੀ ਤੇ ਪਾਣੀ ਦੀ ਤਲਾਸ਼ ਵਿੱਚ ਰੁਕ ਗਿਆ। ਤੇ ਜਿਹੜਾ ਜਹਾਨ ਖਾਨ ਸੀ ਲਾਹੌਰ ਦਾ ਸੂਬੇਦਾਰ, ਇਹ ਜਹਾਨ ਖਾਨ ਆਪਣੀ ਫੌਜ ਦੇ ਨਾਲ ਵਧਿਆ। ਸੋ ਸਿੰਘਨ ਕਰ ਦੀਨੋ ਕਹਿਲ। ਤੇ ਜਹਾਨ ਖਾਨ ਨੂੰ ਬਾਬਾ ਚੜਤ ਸਿੰਘ ਹੋਣਾ, ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਨਾਲ ਦੀ ਨਾਲ ਘਾਇਲ ਕਰ ਦਿੱਤਾ। ਗੈਲ ਗਾਮ ਲੰਘ ਫਿਰ ਸਿੰਘ ਲੜੇ। ਤੇ ਗਹਿਲ ਪਿੰਡ ਲੰਘ ਕੇ ਗੁਰੂ ਕੇ ਖਾਲਸਿਆਂ ਦੀ ਜੰਗ ਫਿਰ ਸ਼ੁਰੂ ਹੋ ਗਈ। ਜੋਰ ਰਿਹੋ ਲਾਏ ਅੱਗਿਓਂ ਨਾ ਟਲੇ। ਤੇ ਖਾਲਸਾ ਜੀ ਜਿਹੜਾ ਵੀ ਸਿੰਘਾਂ ਨੂੰ ਭਜਾਉਣ ਲਈ ਪਠਾਨ ਆਉਂਦਾ, ਗੁਰੂ ਕੇ ਖਾਲਸੇ ਨਾਲ ਦੀ ਨਾਲ ਸੋਧਾ ਲਾਈ ਜਾਂਦੇ। ਵਹੀਰ ਬਚਿਓ ਸੋ ਲੀਨੋ ਸਾਂਭ। ਤੇ ਖਾਲਸਾ ਜੀ ਜਿਹੜੇ ਵੀ ਵਹੀਰ ਦੇ ਵਿੱਚ ਬਚੇ ਸਨ, ਲੱਗ ਤੁਰੇ ਸਿੰਘ ਦੋਨੋਂ ਲਾਂਭ। ਗੁਰੂ ਕੇ ਖਾਲਸੇ ਦੋਵੇਂ ਪਾਸੇ ਹੋ ਗਏ ਵਹੀਰ ਨੂੰ ਅਗਾਂਹ ਤੋਰਨ ਲਈ। ਜਿਮ ਕਰ ਕੁਕਰੀ ਬਚਿਆਨ ਛੁਪਾਵੇ। ਕਹਿੰਦੇ ਜਦੋਂ ਇੱਲ ਆ ਕੇ ਕੁੱਕੜੀ ਦੇ ਬੱਚਿਆਂ ਨੂੰ ਪੈਂਦੀ ਹੈ ਨਾ, ਤੇ ਕੁੱਕੜੀ ਇੱਲ ਨੂੰ ਵੇਖ ਕੇ ਆਪਣੇ ਖੰਭ ਖਿਲਾਰ ਕੇ ਆਪਣੇ ਬੱਚਿਆਂ ਦੀ ਰਾਖੀ ਕਰਦੀ। ਇਸੇ ਤਰ੍ਹਾਂ ਜਦੋਂ ਅਬਦਾਲੀ ਦੀ ਫੌਜਾਂ ਦੇ ਹਮਲੇ ਹੋ ਰਹੇ ਸੀ, ਗੁਰੂ ਕੇ ਖਾਲਸੇ ਬਾਬਾ ਜੱਸਾ ਸਿੰਘ ਆਹਲੂਵਾਲੀਆ, ਭਾਈ ਬੁੱਢਾ ਸਿੰਘ, ਬਾਬਾ ਚੜਤ ਸਿੰਘ, ਬਾਬਾ ਸ਼ਾਮ ਸਿੰਘ, ਇਹ ਵਹੀਰ ਦੇ ਆਲੇ ਦੁਆਲੇ ਇਸ ਤਰ੍ਹਾਂ ਬਾਹਾਂ ਖਿਲਾਰ ਕੇ ਲੜ ਰਹੇ ਸਨ ਜਿਵੇਂ ਕੁੱਕੜੀ ਆਪਣੇ ਬੱਚਿਆਂ ਦੀ ਰਾਖੀ ਕਰਦੀ ਹੈ। ਇਹ ਪੰਥ ਦੇ ਜਥੇਦਾਰ ਆਪਣੇ ਪਰਿਵਾਰਾਂ ਦੀ, ਆਪਣੇ ਸਿੱਖਾਂ ਦੀ ਰਾਖੀ ਕਰ ਰਹੇ ਸਨ। ਇਸ ਤਰ੍ਹਾਂ ਖਾਲਸਾ ਜੀ ਆਪਣੀਆਂ ਬਾਹਾਂ ਖਿਲਾਰ ਕੇ ਪੰਥ ਦੇ ਜਥੇਦਾਰ ਅਬਦਾਲੀ ਦਾ ਟਾਕਰਾ ਕਰਦੇ ਨੇ। ਬੁਲਾਏ ਪੰਖ ਦੋਏ ਤਰਫ ਰਖਾਵੇ। ਆਪਣੀਆਂ ਬਾਹਾਂ ਖੰਭਾਂ ਦੀ ਤਰ੍ਹਾਂ ਖਿਲਾਰ ਕੇ ਵਹੀਰ ਨੂੰ ਬਚਾ ਰਹੇ ਸਨ। ਇਮ ਖਾਲਸੇ ਨ ਬਹੀਰ ਛਪਾਇਓ। ਇਸ ਤਰ੍ਹਾਂ ਖਾਲਸੇ ਪੰਥ ਨੇ ਵਹੀਰ ਨੂੰ ਵੈਰੀ ਤੋਂ ਬਚਾ ਕੇ ਰੱਖਿਆ। ਜੋ ਬਚ ਰਹੋ ਸੋ ਅੱਗੇ ਲਗਾਇਓ। ਤੇ ਜਿਹੜਾ ਵੀ ਵਹੀਰ ਦੇ ਵਿੱਚ ਬਚਦਾ ਉਹਨੂੰ ਅਗਾਂਹ ਦੀ ਅਗਾਂਹ ਹੀ ਤੋਰੀ ਜਾਂਦੇ। ਉਤਪੋ ਬਾਹਮਣੀ ਥੋ ਕਹਿਤ ਉਹਾਂ ਪਿੰਡ ਕੋ ਨਾਮ। ਹੁਣ ਗਹਿਲ ਪਿੰਡ ਤੋਂ ਬਾਅਦ ਇੱਕ ਪਿੰਡ ਆਇਆ ਜਿਹਦਾ ਨਾਮ ਹੈ ਕੁਤਬੀ ਬਾਹਮਣੀ। ਇਹ ਪਿੰਡ ਹੁਣ ਨਜ਼ਰੀ ਆਇਆ। ਬਹੁਤ ਬਹੀਰੀਏ ਤੈ ਬੜੇ ਦੇਖ ਸੋ ਵਸਤੋ ਗ੍ਰਾਮ। ਤੇ ਵਹੀਰ ਦੇ ਵਿੱਚੋਂ ਸਿੰਘ ਸੇਵਕ ਆਪਣੇ ਪਰਿਵਾਰਾਂ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਕੁਤਬੀ ਬਾਹਮਣੀ ਪਿੰਡ ਦੇ ਵਿੱਚ ਪ੍ਰਵੇਸ਼ ਕਰ ਗਏ ਵੀ ਇਹ ਵਸਦਾ ਹੈ ਤੇ ਜਗ੍ਹਾ ਮਿਲ ਜਾਵੇਗੀ। ਰਈਅਤ ਹੋਈ ਪਠਾਨਣ ਕੇਰੀ। ਪਰ ਉਸ ਪਿੰਡ ਦੇ ਲੋਕ ਪਹਿਲਾਂ ਹੀ ਪਠਾਣਾ ਦੀ ਪ੍ਰਜਾ ਸਨ, ਪਠਾਣਾ ਦੀ ਆਗਿਆ ਵਿੱਚ ਚੱਲਦੇ ਸਨ। ਲਿਏ ਮਲੇਰੀਅਨ ਤੈ ਬੈ ਘੇਰੀ। ਤੇ ਮਲੇਰ ਕੋਟਲੇ ਦੇ ਪਠਾਣਾ ਦੀ ਪ੍ਰਜਾ ਸੀ, ਮਲੇਰ ਕੋਟਲੇ ਦੇ ਪਠਾਨ ਦੇ ਹੁਕਮ ਦੇ ਵਿੱਚ ਚੱਲਦੇ ਸੀ। ਇਸ ਕਰਕੇ ਪਿੰਡ ਵਾਲਿਆਂ ਨੇ ਖੁਦ ਹੀ ਮਲੇਰ ਕੋਟਲੇ ਦੇ ਪਠਾਣਾ ਨੂੰ ਦੱਸ ਕੇ ਸਿੰਘਾਂ ਨੂੰ ਘੇਰਾ ਪਵਾ ਦਿੱਤਾ। ਤਿੰਨੇ ਗ੍ਰਾਮ ਲੋਕਨ ਕਹਿ ਦਿਓ। ਤੇ ਖਾਲਸਾ ਜੀ ਪਠਾਣਾ ਨੇ ਵੀ ਪਿੰਡ ਦੇ ਲੋਕਾਂ ਨੂੰ ਆਦੇਸ਼ ਕਰ ਦਿੱਤੇ। ਮਾਰ ਲੂਟਿਉਨ ਸਿੰਘਨ ਲਿਓ। ਪਠਾਣਾ ਨੇ ਉਸ ਪਿੰਡ ਦੇ ਲੋਕਾਂ ਨੂੰ ਕਿਹਾ ਵੀ ਸਿੰਘਾਂ ਨੂੰ ਲੁੱਟ ਲਓ, ਮਾਰ ਲਓ, ਕਿਸੇ ਤੇ ਕੋਈ ਮੁਕੱਦਮਾ ਨਹੀਂ ਹੋਵੇਗਾ। ਬਜਾਏ ਢੋਲ ਫਿਰ ਬਾਹਰ ਧਏ। ਜਦੋਂ ਪਠਾਣਾ ਨੇ ਇਸ ਤਰ੍ਹਾਂ ਆਦੇਸ਼ ਦਿੱਤੇ ਵੀ ਸਿੱਖਾਂ ਨੂੰ ਲੁੱਟ ਲਓ, ਮਾਰ ਲਓ, ਕੋਈ ਮੁਕੱਦਮਾ ਨਹੀਂ ਹੋਵੇਗਾ, ਕਹਿੰਦੇ ਢੋਲ ਵਜਾ ਕੇ ਪਿੰਡ ਦੇ ਲੋਕ ਬਾਹਰ ਆ ਕੇ ਸਿੱਖਾਂ ਦਾ ਕਤਲੇਆਮ ਕਰਨ ਲੱਗ ਪਏ। ਗੈਲ ਬਹੀਰੇ ਤੋਂ ਭੀ ਪਏ। ਤੇ ਖਾਲਸਾ ਜੀ ਵਹੀਰ ਦੇ ਵਿੱਚ ਲੜ ਕੇ ਵਹੀਰ ਦੇ ਵਿੱਚ ਆ ਕਰਕੇ ਸਿੱਖਾਂ ਨੂੰ ਲੁੱਟਣ ਲੱਗ ਪਏ। ਤੋ ਬਹੀਰ ਪਿਓ ਹਾਹਾਕਾਰ। ਉਸ ਵਕਤ ਫਿਰ ਵਹੀਰ ਦੇ ਵਿੱਚ ਹਾਹਾਕਾਰ ਮਚ ਗਈ। ਸੋ ਚੜਤ ਸਿੰਘ ਨੇ ਸੁਣੀ ਪੁਕਾਰ। ਤੇ ਜਦੋਂ ਹਾਹਾਕਾਰ ਮਚੀ,
ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਪਤਾ ਲੱਗਾ ਵੀ ਪਿੰਡ ਦੇ ਲੋਕ ਵਹੀਰ ਨੂੰ ਲੁੱਟਣ ਲਈ ਆ ਰਹੇ ਨੇ। ਬਾਬਾ ਚੜ੍ਹਤ ਸਿੰਘ ਜੀ ਦੁਬਾਰਾ ਫਿਰ ਵਹੀਰ ਦੇ ਆਲੇ ਦੁਆਲੇ ਘੁੰਮਣ ਘੇਰੀ ਪਾ ਦਿੱਤੀ ਕਿ ਵਹੀਰ ਦੇ ਵਿੱਚ ਆ ਕੇ ਕੋਈ ਵੀ ਬੱਚਿਆਂ ਤੇ ਬੀਬੀਆਂ ਦਾ ਨੁਕਸਾਨ ਨਾ ਕਰ ਸਕੇ। ਕਰੀ ਦੌੜ ਪਰ ਪਿੰਡ ਨਵਾਰ। ਤੇ ਖਾਲਸਾ ਜੀ ਦੌੜ ਕੇ ਬਾਬਾ ਚੜ੍ਹਤ ਸਿੰਘ ਜੀ ਨੇ ਪਿੰਡ ਵਾਲਿਆਂ ਦੇ ਉੱਤੇ ਵਾਰ ਕੀਤਾ। ਮਾਰ ਰੰਗੜ ਵਿੱਚ ਕੱਢੇ ਤਲਵਾਰ। ਤੇ ਜਿਹੜੇ ਰੰਗੜ ਤੇ ਪਠਾਨ ਸਨ ਜਿਨ੍ਹਾਂ ਨੇ ਆਦੇਸ਼ ਦਿੱਤੇ ਸੀ, ਉਹਨਾਂ ਰੰਗੜਾਂ ਤੇ ਪਠਾਨਾਂ ਨੂੰ ਵੀ ਬਾਬਾ ਚੜ੍ਹਤ ਸਿੰਘ ਹੋਣਾ ਨੇ ਵਿੱਚ ਹੀ ਸੋਧਾ ਲਾ ਦਿੱਤਾ। ਮਰਤ ਸਿੰਘ ਤਿੰਨ ਲਏ ਬਚਾਏ। ਸੋ ਇਸ ਤਰ੍ਹਾਂ ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਆ ਨੇ ਵਹੀਰ ਦਾ ਬਹੁਤਾ ਨੁਕਸਾਨ ਹੋਣ ਤੋਂ ਬਚਾ ਲਿਆ। ਮਾਰੇ ਰੰਗੜ ਖੂਬ ਬਣਾਏ। ਰੰਗੜਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਬਾ ਚੜ੍ਹਤ ਸਿੰਘ ਜੀ ਨੇ ਖਤਮ ਕਰ ਦਿੱਤਾ। ਜੋ ਪਿੰਡ ਤੇ ਬਾਹਰ ਹੱਥ ਆਇਓ। ਤੇ ਖਾਲਸਾ ਜੀ ਜਿਹੜਾ ਪਿੰਡ ਤੋਂ ਬਾਹਰ ਕੋਈ ਸਿੰਘਾਂ ਦੇ ਹੱਥ ਆ ਗਿਆ, ਮਾਰ ਕੂੜ ਤਿਸ ਸੀਸ ਕਟਾਇਓ। ਉਹਨੂੰ ਖਾਲਸਾ ਜੀ ਮਾਰ ਕੁੱਟ ਕੇ ਉੱਥੇ ਹੀ ਸੋਧਾ ਲਾ ਦਿੱਤਾ। ਉਹਨੇ ਮਾਰ ਮੁਰ ਦਲ ਮੇ ਰਲਾ। ਤੇ ਫਿਰ ਦੁਸ਼ਮਣਾਂ ਦੀ ਫੌਜਾਂ ਨੂੰ ਮਾਰ ਕੇ ਦੁਬਾਰਾ ਫਿਰ ਦਲ ਦੇ ਵਿੱਚ ਆ ਕੇ ਰਲ ਜਾਂਦੇ। ਕਰਨ ਲੱਗੋ ਪਰ ਗਿਲਜਨ ਹੱਲਾ। ਤੇ ਦੁਬਾਰਾ ਫਿਰ ਗਿਲਜਿਆਂ ਤੇ ਇਕੱਠੇ ਹੋ ਕੇ ਹੱਲਾ ਕਰਦੇ। ਸਿਆਈਆਂ ਨੇ ਸੋਲਿਓ ਹਟਾਏ। ਪਰ ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਸਿਆਣੇ ਬਜ਼ੁਰਗ ਸਿੰਘਾਂ ਨੇ ਹੁਣ ਜੰਗ ਕਰਨ ਤੋਂ ਹਟਾ ਲਿਆ। ਸਿਆਣੇ ਸਿੰਘ ਬਾਬਾ ਚੜ੍ਹਤ ਸਿੰਘ ਨੂੰ ਕਹਿਣ ਲੱਗੇ ਵੀ ਹੁਣ ਜੰਗ ਦੇ ਵਿੱਚ ਥੋੜਾ ਠਰਮਾ ਪਾ ਦਿਓ। ਇਹਾਂ ਲੜਨ ਮੁੜਨਾ ਹੈ ਭਲਾਏ। ਹੁਣ ਇੱਥੇ ਲੜਾਈ ਕਰਨ ਵਿੱਚ ਜੰਗ ਕਰਨ ਵਿੱਚ ਬਹੁਤਾ ਭਲਾ ਨਹੀਂ, ਅਗਾਂਹ ਨੂੰ ਚੱਲੀਏ। ਗਿਲਜੇ ਪੀਪਿਲ ਲੜ ਤੱਕੇ ਖੜੇ ਰਹੇ ਤੈ ਹੋਏ। ਸਿਆਣੇ ਬਜ਼ੁਰਗ ਕਹਿਣ ਲੱਗੇ ਵੀ ਗਿਲਜੇ ਤੇ ਪਠਾਨ ਤੇ ਅਬਦਾਲੀ ਦੀਆਂ ਫੌਜਾਂ ਉਹ ਵੀ ਹੁਣ ਵਾਰ ਨਹੀਂ ਕਰ ਰਹੇ, ਥੱਕ ਗਏ, ਪਾਣੀ ਦੀ ਤਲਾਸ਼ ਵਿੱਚ ਨੇ। ਤੇ ਹੁਣ ਸਮਾਂ ਹੈ, ਮੌਕਾ ਹੈ, ਆਪਾਂ ਵਹੀਰ ਲੈ ਕੇ ਅਗਾਂਹ ਚਲੇ ਜਾਈਏ, ਇਹਨਾਂ ਦੀ ਪਕੜ ਤੋਂ ਬਾਹਰ ਹੋ ਜਾਈਏ। ਇਸ ਤਰ੍ਹਾਂ ਸਿਆਣੇ ਸਿੰਘ ਬਾਬਾ ਚੜ੍ਹਤ ਸਿੰਘ ਨੂੰ ਕਹਿੰਦੇ। ਵੇਖੋ ਹੁਣ ਇੱਕ ਹੋਰ ਬੜਾ ਨੁਕਤਾ ਬੀਤੇ ਦਿਨੀ ਸਰਵਣ ਕੀਤਾ ਵੀ ਬਾਬਾ ਚੜ੍ਹਤ ਸਿੰਘ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ ਵੀ ਮਿਸਲਾਂ ਦੀ ਵੰਡੀਆਂ ਪਾ ਕੇ ਜੰਗ ਕਰੀਏ। ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਉੱਥੇ ਮਨਾ ਕਰ ਦਿੱਤਾ ਵੀ ਮਿਸਲ ਵੰਡ ਕਬੂ ਨਾ ਪਾਵੋ, ਰਲ ਮਿਲ ਦੋਏ ਘਰ ਪੰਥ ਬਚਾਵੋ। ਹੁਣ ਪੰਥ ਬਚਾਓ, ਮਿਸਲਾਂ ਦੀ ਵੰਡੀਆਂ ਨਹੀਂ ਪਾਉਣੀ। ਤੇ ਬਾਬਾ ਚੜ੍ਹਤ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਇਸ ਬਚਨ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਮੰਨਿਆ, ਕਿਉਂਕਿ ਪੰਥ ਦੇ ਵਿੱਚ ਸੂਝਵਾਨਾਂ ਦਾ, ਸਿਆਣਿਆਂ ਦਾ ਵੀ ਕੋਈ ਰੁਤਬਾ ਤੇ ਅਹੁਦਾ ਹੁੰਦਾ। ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਵੀ ਜੇ ਵੇਖੀਏ, ਬਾਬਾ ਚੜ੍ਹਤ ਸਿੰਘ ਸਾਰੇ ਜੰਗ ਦੇ ਮੈਦਾਨ ਵਿੱਚ ਮੁਕਾਬਲਾ ਕਰਦੇ, ਇੰਨੀ ਵੱਡੀ ਬੰਦੂਕ ਚਲਾਉਂਦੇ, ਕੋਈ ਚਲਾ ਨਹੀਂ ਸਕਦਾ ਬਾਬੇ ਚੜ੍ਹਤ ਸਿੰਘ ਦੇ ਬਰਾਬਰ। ਤੇ ਜੇ ਸਿਆਣਿਆਂ ਨੇ ਕਿਹਾ ਵੀ ਹੁਣ ਜੰਗ ਛੱਡ ਕੇ ਆਪਾਂ ਵਹੀਰ ਨੂੰ ਅਗਾਂਹ ਲੈ ਕੇ ਤੁਰੀਏ, ਤੇ ਬਾਬਾ ਚੜ੍ਹਤ ਸਿੰਘ ਨੇ ਉਹ ਵੀ ਬਚਨ ਮੰਨਿਆ। ਮੇਰੇ ਕਹਿਣ ਤੋਂ ਭਾਵ ਇਹ ਖਾਲਸਾ ਜੀ, ਜੋ ਸਤਿਗੁਰੂ ਨੇ ਸਿੱਖਿਆ ਦਿੱਤੀ ਹੈ ਨਾ ਕਿ ਸੂਝਵਾਨਾਂ ਦੀ ਸਿੱਖਿਆ ਦੇ ਨਾਲ ਹੀ ਹਮੇਸ਼ਾ ਕੋਈ ਫੈਸਲਾ ਲੈਣਾ ਚਾਹੀਦਾ, ਉਹ ਵੀ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ। ਪਰ ਮਾਫ ਕਰਨਾ, ਅੱਜ ਕੱਲ ਸਿੱਖਣ ਵਾਲੇ ਘੱਟ ਤੇ ਸਿਖਾਉਣ ਵਾਲੇ ਸਾਰੇ ਹੀ ਆਉਂਦੇ ਆ। ਕੋਈ ਸਿੱਖਣ ਦੀ ਚਾਹਤ ਲੈ ਕੇ ਘੱਟ ਆਉਂਦਾ, ਪਰ ਅਗਲੇ ਨੂੰ ਸਿਖਾਉਣ ਦੀ ਚਾਹਤ ਵਾਲੇ ਆਪਾਂ ਸਾਰੇ ਆ। ਪਰ ਮੈਂ ਬੇਨਤੀ ਕਰਾਂ, ਗੁਰੂ ਨਾਨਕ ਨੇ ਸਿੱਖ ਬਣਾਇਆ, ਸੋ ਪਹਿਲਾਂ ਸਿੱਖ ਬਣੀਏ। ਸੋ ਬਾਬਾ ਚੜ੍ਹਤ ਸਿੰਘ ਜੀ ਨੂੰ ਹੁਣ ਕਿਹਾ, ਤੇ ਬਾਬਾ ਚੜ੍ਹਤ ਸਿੰਘ ਨੇ ਇਹ ਨਹੀਂ ਕਿਹਾ ਕਿ ਮੈਂ ਜ਼ਿਆਦਾ ਸੂਝਵਾਨ ਆ, ਮੈਂ ਪੂਰਾ ਸੂਰਵੀਰ ਯੋਧਾ ਤੇ ਇੱਥੇ ਜੰਗ ਕਰਾਂਗਾ। ਪਰ ਬਾਬਾ ਚੜ੍ਹਤ ਸਿੰਘ ਜੀ ਨੇ ਉੱਥੇ ਵੱਡਿਆਂ ਦੀ, ਸਿਆਣਿਆਂ ਦੀ ਗੱਲ ਨੂੰ ਮੰਨਿਆ, ਸੂਝਵਾਨਾਂ ਦੀ ਗੱਲ ਮੰਨੀ। ਤੇ ਜੋ ਸੂਝਵਾਨਾਂ ਨੇ ਕਿਹਾ ਕਿ ਹੁਣ ਗਿਲਜੇ ਪਾਣੀ ਦੀ ਤਲਾਸ਼ ਵਿੱਚ ਨੇ, ਸਮਾਂ ਹੈ ਵਹੀਰ ਨੂੰ ਅਗਾਂਹ ਲੈ ਕੇ ਤੁਰੀਏ। ਸਿੰਘ ਪੀ ਅਗਿਓ ਨਹਿ ਟਲੇ, ਪੀ ਜਲ ਸਮਤੇ ਸੋਏ। ਤੇ ਖਾਲਸਾ ਜੀ ਇਧਰੋਂ ਗੁਰੂ ਕੇ ਸਿੰਘ ਵਹੀਰਾਂ ਦੇ ਨਾਲ ਸਨ। ਇਹ ਵੀ ਸਵੇਰ ਤੋਂ ਲੜ ਰਹੇ ਨੇ, ਅੰਮ੍ਰਿਤ ਵੇਲੇ ਤੋਂ ਜੰਗ ਸ਼ੁਰੂ ਹੋਇਆ ਤੇ ਹਲੇ ਤੱਕ ਪਾਣੀ ਦੀ ਬੂੰਦ ਨਹੀਂ ਪੀਤੀ। ਹੁਣ ਇਹ ਵੀ ਗੁਰੂ ਕੇ ਸਿੰਘ ਪਾਣੀ ਪੀ ਕਰਕੇ ਵੀ ਟਲਦੇ ਨਹੀਂ, ਦੁਬਾਰਾ ਫਿਰ ਖੜੇ ਹੋ ਜਾਂਦੇ। ਸਭ ਸਿੰਘ ਊਹਾਂ ਰਹੇ ਖਲੋਏ। ਤੇ ਗੁਰੂ ਕੇ ਸਿੰਘ ਪਰਬਤ ਦੀ ਤਰ੍ਹਾਂ, ਚਟਾਨਾਂ ਦੀ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਖੜੇ ਹੋ ਗਏ। ਆਏ ਲੜਤੇ 12 ਕੋਹ। ਖਾਲਸਾ ਜੀ ਵੇਖੋ, 12 ਕੋਹ ਗੁਰੂ ਕੇ ਸਿੰਘ ਲੜਦੇ ਆਏ ਨੇ। 12 ਕੋਹ ਕਿਸੇ ਬੰਦੇ ਨੂੰ 2-3 ਮੀਲ ਚੱਲਣ ਲਈ ਕਹਿ ਦੋ ਤੇ 3-4 ਮੀਲ ਬਾਅਦ ਪਾਣੀ ਮੰਗਣ ਲੱਗ ਜਾਂਦਾ। ਪਰ ਗੁਰੂ ਕੇ ਸਿੰਘ ਅੰਮ੍ਰਿਤ ਵੇਲੇ ਤੋਂ ਜੰਗ ਕਰ ਰਹੇ, 12 ਕੋਹ ਲੜਦੇ ਆ ਰਹੇ ਨੇ ਤੇ ਹਲੇ ਤੱਕ ਪਾਣੀ ਦੀ ਬੂੰਦ ਨਹੀਂ ਮਿਲੀ। ਤੇ ਫਿਰ ਵੀ ਸਾਰਿਆਂ ਦੇ ਮਨ ਦੀ ਭਾਵਨਾ ਪਤਾ ਕੀ ਸੀ? ਹਰ ਇੱਕ ਸਿੰਘ ਦੂਸਰੇ ਸਿੰਘ ਨੂੰ ਕਹਿੰਦਾ, ਸਿੰਘਾ ਪਹਿਲਾਂ ਜਾ ਕੇ ਪਾਣੀ ਤੂੰ ਪੀ ਲੈ, ਮੈਂ ਜੰਗ ਦੇ ਮੈਦਾਨ ਵਿੱਚ ਰਾਖੀ ਕਰਦਾ ਹਾਂ, ਪਹਿਰੇਦਾਰੀ ਕਰਦਾ।
ਜੇ ਮੇਰਾ ਸਰੀਰ ਇਸ ਜੰਗ ਦੇ ਮੈਦਾਨ ਵਿੱਚ ਲੇਖੇ ਲੱਗ ਗਿਆ ਤੇ ਗੁਰੂ ਦੀ ਕਿਰਪਾ ਹੀ ਸਮਝਾਂਗਾ, ਪਰ ਤੂੰ ਜਾ ਕਰਕੇ ਪਾਣੀ ਪੀ ਲੈ। ਵੇਖੋ ਕਿੰਨਾ ਪ੍ਰੇਮ ਤੇ ਇਤਫਾਕ ਸਿੱਖਾਂ ਦੇ ਵਿੱਚ ਸੀ। ਸੋ ਗੁਰੂ ਕੇ ਸਿੱਖ ਪਰਬਤਾਂ ਦੀ ਤਰ੍ਹਾਂ ਅਡੋਲ ਹੋ ਗਏ ਤੇ ਗੁਰੂ ਕੇ ਖਾਲਸੇ ਪਾਣੀ ਪੀਣ ਲੱਗ ਪਏ। ਦੌੜ ਕਰੀ 900 ਕੋਹ ਵਸਾਰੀ। ਤੇ ਖਾਲਸਾ ਜੀ 12 ਕੋਹ ਜੰਗ ਕਰਦੇ ਆਏ ਸੀ ਤੇ ਅਹਿਮਦ ਸ਼ਾਹ ਅਬਦਾਲੀ 100 ਕੋਹ ਦਾ ਸਫ਼ਰ ਕਰਕੇ ਆਇਆ ਸੀ। 12 ਕੋਹ ਤੇ ਜੰਗ ਕੀਤੀ ਤੇ 100 ਕੋਹ ਉਹ ਲਾਹੌਰ ਤੋਂ ਚੱਲ ਕੇ ਇੱਥੋਂ ਤੱਕ ਕੋਪਰ ਹੀੜੇ ਤੱਕ ਆਇਆ ਸਿੰਘਾਂ ਨੂੰ ਮਾਰਨ ਵਾਸਤੇ। ਇਸ ਕਰ ਭਏ ਸੋ ਗਿਲ ਜੇ ਹਾਰੀ। ਸੋ ਇੰਨਾ ਲੰਮਾ ਸਫ਼ਰ ਕਰਨ ਦੇ ਕਾਰਨ ਹੀ ਅਬਦਾਲੀ ਦੀਆਂ ਫੌਜਾਂ ਢਹਿ ਢੇਰੀ ਹੋ ਗਈਆਂ। ਸਿਖਰ ਦੁਪਹਿਰੇ ਹੋਏ ਗਿਓ ਪਰੇ ਧੂਪ ਕੀ ਤਾੜ। ਲੜਦੇ ਲੜਦੇ ਸਿਖਰ ਦੁਪਹਿਰ ਹੋ ਗਈ ਤੇ ਧੁੱਪ ਵੀ ਪੂਰੀ ਸੇਕ ਦੇ ਰਹੀ ਸੀ। ਨੱਠ ਨੱਠ ਖੜ ਖੜ ਮੁੜ ਲੜਤ ਤਰਸ ਹੋਤ ਚਿਤ ਸਾੜ। ਤੇ ਦੁਬਾਰਾ ਫਿਰ ਲੜਦੇ ਭੱਜਦੇ ਇਸੇ ਤਰ੍ਹਾਂ ਅੱਧਾ ਦਿਨ ਬੀਤ ਗਿਆ। ਘੋੜੇ ਮਰਦ ਪਿਆਸੇ ਭਏ। ਘੋੜੇ ਵੀ ਤੇ ਮਰਦ ਵੀ ਸਿਪਾਹੀ ਵੀ, ਘੋੜਿਆਂ ਤੋਂ ਲੈ ਕੇ ਸਿਪਾਹੀ ਸਾਰੇ ਹੀ ਪਿਆਸ ਨਾਲ ਤੜਫ ਰਹੇ ਸੀ। ਸਭ ਹਨ ਕੇ ਮੁਖ ਸੂਕ ਸੋ ਗਏ। ਜੰਗ ਦੇ ਮੈਦਾਨ ਵਿੱਚ ਸਾਰਿਆਂ ਦੇ ਮੂੰਹ ਸੁੱਕੇ ਪਏ ਸੀ, ਰਸਤੇ ਮੈਂ ਜਲ ਹੱਥ ਨਾ ਆਇਓ। ਕਿਉਂਕਿ ਰਾਹ ਦੇ ਵਿੱਚ 12 ਕੋਹ ਦੇ ਰਾਹ ਦੇ ਵਿੱਚ ਪਾਣੀ ਨਹੀਂ ਮਿਲਿਆ। ਜੇ ਮਿਲਦਾ ਵੀ ਤੇ ਪੀਣ ਦਾ ਸਮਾਂ ਨਹੀਂ ਸੀ, ਕਿਉਂਕਿ ਤੀਰਾਂ ਦਾ, ਤੋਪਾਂ ਦੇ ਗੋਲਿਆਂ ਦਾ ਮੀਂਹ ਪੈ ਰਿਹਾ ਸੀ। ਜੋ ਆਇਓ ਤੋ ਪੀਣ ਕਬ ਪਾਇਓ। ਕਿਉਂਕਿ ਭਾਈ ਰਤਨ ਸਿੰਘ ਭੰਗੂ ਕਹਿੰਦੇ ਜੇ ਪਾਣੀ ਵਿਖਿਆ ਵੀ ਹੁੰਦਾ ਤੇ ਪੀਤਾ ਨਹੀਂ ਸੀ ਜਾਣਾ। ਉਸ 12 ਮੈਂ ਨਹਿ ਜਲ ਲੱਭਾ। 12 ਕੋਹ ਤੱਕ ਗੁਰੂ ਕਾ ਖਾਲਸਾ ਲੜਦਾ ਆਇਆ ਤੇ ਪਾਣੀ ਨਹੀਂ ਮਿਲਿਆ। ਪੀਤੋ ਦੋ ਤਰਫੀ ਚਾਹੇ ਸਭਾ। ਹੁਣ ਦੋਵੇਂ ਤਰਫ ਹੀ ਅਬਦਾਲੀ ਦੀ ਫੌਜਾਂ ਵੀ ਤੇ ਇਧਰੋਂ ਖਾਲਸਾ ਪੰਥ ਵੀ ਪਾਣੀ ਦੀ ਤਲਾਸ਼ ਕਰਦਾ ਹੈ। ਜਲ ਕੋ ਸਭ ਕੋ ਜਲ ਤੈ ਨਦਰੀ ਆਇਆ। ਤੇ ਸਾਰਿਆਂ ਨੂੰ ਫਿਰ ਖਾਲਸਾ ਜੀ ਜਲ ਪਾਣੀ ਨਜ਼ਰ ਆਇਆ। ਜਨ ਮਰਤੇ ਕਿਨ ਜੀਵਨ ਪਾਇਆ। ਕਹਿੰਦੇ ਇਸ ਤਰ੍ਹਾਂ ਜਿਵੇਂ ਮਰਦਿਆਂ ਨੂੰ ਜੀਵਨ ਮਿਲ ਗਿਆ ਹੋਵੇ, ਪਾਣੀ ਵੇਖ ਕੇ ਸਾਰਿਆਂ ਦੇ ਅੰਦਰ ਇੱਕ ਖੇੜਾ ਆ ਗਿਆ। ਬੜੀ ਢਾਬ ਦੇਵੇਂ ਨੱਠ ਬੜੀ ਵੱਡੀ ਢਾਬ ਸੀ ਪਾਣੀ ਦੀ। ਜਦੋਂ ਪਾਣੀ ਦੀ ਢਾਬ ਵੇਖੀ ਸਾਰੇ ਹੀ ਪਾਣੀ ਵੱਲ ਨੂੰ ਦੌੜੇ, ਜੰਗ ਕਰਨੀ ਭੁੱਲ ਗਏ। ਪਿਆਮੇ ਪਰੇ ਦੋ ਤਰਫੋਂ ਨੱਠ। ਤੇ ਖਾਲਸਾ ਜੀ ਸਿੰਘ ਆਪਣੇ ਪਾਸਿਓ ਤੇ ਅਬਦਾਲੀ ਦੀ ਫੌਜਾਂ ਆਪਣੇ ਪਾਸਿਓ ਪਾਣੀ ਵੱਲ ਭੱਜਦੀਆਂ। ਬਹਿਰੀਏ ਪੀ ਚਾਹੇ ਪੀਓ ਪਾਣੀ। ਕਿਉਂਕਿ ਖਾਲਸੇ ਦੇ ਵਹੀਰ, ਉਹਦੇ ਵਿੱਚ ਬੱਚੇ ਤੇ ਬੀਬੀਆਂ ਵੀ ਨੇ, ਉਹ ਵੀ ਪਾਣੀ ਪੀਣਾ ਚਾਹੁੰਦੇ ਨੇ। ਇਸ ਕਰਕੇ ਖਾਲਸੇ ਵੀ ਢਾਬ ਵੱਲ ਜਾਂਦੇ। ਵਰਤ ਤਲਵਾਰ ਨ ਤਿੰਨੇ ਮਾਨੀ। ਪਰ ਖਾਲਸਾ ਜੀ ਜਦੋਂ ਜਲ ਛਕਦੇ ਨੇ ਉਸ ਢਾਬ ਦੇ ਕੋਲ ਜਾ ਕਰਕੇ ਤੇ ਇਹ ਰੋਲਾ ਪੈ ਰਿਹਾ ਸੀ ਕਿ ਪਹਿਲਾਂ ਤੂੰ ਜਾ ਕੇ ਛਕ ਲੈ। ਤੇ ਗੁਰੂ ਕੇ ਸਿੰਘ ਹੱਥਾਂ ਵਿੱਚ ਤੇਗਾਂ ਪਕੜ ਕਰਕੇ ਪਹਿਰੇਦਾਰੀ ਕਰਦੇ ਵੀ ਕੋਈ ਵੀ ਪਠਾਨ ਜਾਂ ਅਬਦਾਲੀ ਦੀ ਫੌਜਾਂ ਕਿਤੇ ਹਮਲਾ ਨਾ ਕਰਦੇ। ਬਾਬਾ ਚੜਤ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਸ਼ਾਮ ਸਿੰਘ, ਇਹ ਸਾਰੇ ਵਹੀਰ ਦੇ ਆਲੇ ਦੁਆਲੇ ਪਰਬਤਾਂ ਦੀ ਤਰ੍ਹਾਂ ਖੜੇ ਤੇ ਵਹੀਰ ਨੂੰ ਕਿਹਾ ਕਿ ਜਾ ਕਰਕੇ ਪਾਣੀ ਪੀਓ। ਗਿਲ ਜੇ ਪੀ ਲੜਨੋਂ ਭੁੱਲ ਗਏ। ਤੇ ਉਧਰੋਂ ਅਬਦਾਲੀ ਦੀ ਫੌਜਾਂ ਉਹ ਵੀ ਲੜਨੋਂ ਭੁੱਲ ਗਈਆਂ, ਉਹਨਾਂ ਨੂੰ ਵੀ ਤ੍ਰੇ ਪਿਆਸ ਲੱਗੀ ਸੀ। ਪੀਵਣ ਪਾਣੀ ਢਾਬ ਸੋ ਪਏ। ਸੋ ਅਬਦਾਲੀ ਦੀਆਂ ਫੌਜਾਂ ਵੀ ਪਾਣੀ ਪੀਣ ਵਾਸਤੇ ਢਾਬ ਕੋਲ ਆਈਆਂ। ਪਿਆਸੇ ਵਿੱਚ ਦੋ ਨੱਠ ਜਲ ਪੀਵੇ। ਤੇ ਖਾਲਸਾ ਜੀ ਇੰਨੀ ਕੇ ਤ੍ਰੇ ਲੱਗੀ ਵੀ ਸਾਰਿਆਂ ਨੇ ਪਾਣੀ ਵੇਖ ਕੇ ਪਾਣੀ ਦੇ ਵਿੱਚ ਹੀ ਛਾਲਾਂ ਮਾਰ ਦਿੱਤੀਆਂ। ਭਾਵੇਂ ਮਰ ਡੁੱਬ ਭਾਵੇਂ ਜੀਵੇ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਭਾਵੇਂ ਅਬਦਾਲੀ ਦੀ ਫੌਜਾਂ ਡੁੱਬ ਕੇ ਮਰ ਜਾਂਦੀਆਂ, ਪਰ ਪਾਣੀ ਵੇਖ ਕੇ ਇੰਨੇ ਕੇ ਕਮਲੇ ਬਾਬਰੇ ਹੋ ਗਏ ਕਿ ਰਿਹਾ ਨਹੀਂ ਗਿਆ ਤੇ ਢਾਬ ਦੇ ਵਿੱਚ ਹੀ ਛਾਲ ਮਾਰ ਦਿੱਤੀ। ਮਲਵਈਨ ਖਾਲਸੇ ਕਿਹੋ ਆਗੇ ਪਾਣੀ ਦੂਰ। ਹੁਣ ਮਾਲਵੇ ਦੇ ਜਿਹੜੇ ਸਿੰਘ ਸੀ, ਭਾਈ ਬੁੱਢਾ ਸਿੰਘ ਹੋਣੀ, ਜਿਹੜੇ ਵਹੀਰ ਦੀ ਅਗਵਾਈ ਕਰ ਰਹੇ ਸੀ, ਉਹ ਵਹੀਰ ਨੂੰ ਕਹਿੰਦੇ ਕਿ ਭਾਈ ਆਹ ਪਾਣੀ ਦੀ ਢਾਬ ਹੈ, ਇੱਥੇ ਛਕ ਲਓ, ਕਿਉਂਕਿ ਅੱਗੇ ਪਾਣੀ ਨਹੀਂ ਮਿਲਣਾ, ਬਹੁਤ ਦੂਰੀ ਤੇ ਮਿਲੇਗਾ। ਇਹਾਂ ਪਿਆਸੋ ਜੋ ਤੁਰੇ ਆਗੇ ਮਰੂ ਜ਼ਰੂਰ। ਇਸ ਕਰਕੇ ਇੱਥੇ ਹੀ ਛਕ ਲਓ ਜਿੰਨਾ ਛਕਣਾ, ਜਿਹੜਾ ਇੱਥੋਂ ਪਿਆਸਾ ਗਿਆ ਅੱਗੇ ਪਿਆਸ ਨਾਲ ਮਰ ਜਾਵੇਗਾ। ਤਬ ਖਾਲਸੇ ਖੜ ਕਰੀ ਸਲਾਹ। ਉਦੋਂ ਫਿਰ ਖਾਲਸੇ ਨੇ ਖੜ ਕੇ ਗੁਰਮਤਾ ਕੀਤਾ ਦੇਹੋ ਸਭ ਕੋ ਜਲ ਪਿਲਵਾਏ। ਕਿ ਇੱਥੇ ਹੀ ਸਾਰੇ ਬੱਚਿਆਂ ਬੀਬੀਆਂ ਘੋੜਿਆਂ ਨੂੰ ਇੱਥੇ ਹੀ ਪਾਣੀ ਪਿਆ ਲਓ। ਪਰ ਸਵਾਰ ਪਰ ਲਾਵੇ ਉਹ ਸਰੀਰ। ਤੇ ਉੱਥੇ ਵੀ ਗੁਰੂ ਕੇ ਖਾਲਸੇ ਪਰ ਸਵਾਰਥ, ਉੱਥੇ ਵੀ ਕਿਸੇ ਨੇ ਆਪਣਾ ਸਵਾਰਥ ਨਹੀਂ ਵੇਖਿਆ। ਆਪਣਾ ਸਵਾਰਥ ਉਹਨੂੰ ਕਹਿੰਦੇ ਜਿਹੜਾ ਆਪਣਾ ਭਲਾ ਲੋਚਦਾ ਹੈ। ਗੁਰੂ ਕੇ ਖਾਲਸੇ ਇੱਥੇ ਵੀ ਪਰ ਸਵਾਰਥ ਲੋਚਦੇ, ਭਾਵ ਦੂਸਰੇ ਦਾ ਭਲਾ ਲੋਚਦੇ। ਸਿੱਖ ਤੇ ਰੋਜ਼ ਮੰਗਦਾ ਹੀ ਅਰਦਾਸ ਵਿੱਚ ਹੈ, ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਦੂਸਰੇ ਦਾ ਭਲਾ ਲੋਚਦੇ ਨੇ ਤੇ ਆਪਣਾ ਸਰੀਰ ਜੰਗ ਦੇ ਮੈਦਾਨ ਵਿੱਚ ਢਾ ਰਹੇ ਨੇ। ਆਪ ਮਰੋ ਬਚਾਓ ਬਹੀਰ। ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਪੰਥ ਦੇ ਚੌਥੀ ਕਮਾਨ ਕਹਿਣ ਲੱਗੀ, ਸਿੰਘੋ ਆਪ ਭਾਵੇਂ ਮਰ ਜਾਓ ਪਰ ਵਹੀਰ ਦੇ ਵਿੱਚ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਜਲ ਛਕ ਲੈਣ ਦੋ। ਯੋ ਕਰ ਖੜਿਓ ਖਾਲਸੋ ਸਲਾਹ। ਇਸ ਤਰ੍ਹਾਂ ਖਾਲਸੇ ਨੇ ਖੜ ਕੇ ਗੁਰਮਤਾ ਕਰ ਲਿਆ। ਅੱਗੇ ਨਾ ਮਿਲਿਓ ਗਿਲਜਨ ਧਰਨ ਪਾਏ। ਸੋ ਖਾਲਸਾ ਜੀ ਹੁਣ ਉਸ ਤੋਂ ਬਾਅਦ ਖਾਲਸਾ ਅੱਗੇ ਨੂੰ ਜਾਣ ਲੱਗਾ ਤੇ ਗਿਲਜਿਆਂ ਨੂੰ ਅੱਗੇ ਪੈਰ ਧਰਨ ਵਾਸਤੇ ਜਗ੍ਹਾ ਨਾ ਮਿਲੀ, ਕਿਉਂਕਿ ਖਾਲਸੇ ਦੀ ਮੋਰਚਾਬੰਦੀ ਮਜ਼ਬੂਤ ਹੋ ਗਈ। ਦੋ ਤਰਫ ਦਲ ਹੋਏ ਰਹੇ ਖੜੇ। ਸੋ ਇਸੇ ਤਰ੍ਹਾਂ ਦੋਵੇਂ ਪਾਸਿਓਂ ਹੀ ਜੰਗ ਦੇ ਮੈਦਾਨ ਵਿੱਚ ਡਟ ਕੇ ਖੜੇ ਨੇ। ਪੀ ਜਲ ਦਲ ਆਪਣੇ ਰਲੇ। ਤੇ ਜਲ ਛਕ ਕੇ ਦੁਬਾਰਾ ਫਿਰ ਵਹੀਰ ਦੇ ਵਿੱਚ ਦਲ ਦੇ ਵਿੱਚ ਰਲਦੇ ਨੇ। ਜੋ ਪਈ ਤਬੇ ਖਾਲਸੇ ਮੁੜ ਲਿਓ ਮੁੜ ਲੜਿਓ ਬਹੀਰ ਗਰੀਬਨ ਕਾਜ। ਤੇ ਜਲ ਛਕਣ ਤੋਂ ਬਾਅਦ ਵਹੀਰ ਨੂੰ ਫਿਰ ਤੋਰਿਆ ਤੇ ਦੁਬਾਰਾ ਫਿਰ ਜੰਗ ਦੇ ਮੈਦਾਨ ਵਿੱਚ ਜੰਗ ਸ਼ੁਰੂ ਹੋ ਗਈ ਤੇ ਖਾਲਸਾ ਫਿਰ ਗਰੀਬਾਂ ਦੀ ਰੱਖਿਆ ਵਾਸਤੇ ਆਪਣੇ ਸਰੀਰ ਲੇਖੇ ਵਿੱਚ ਲਾਉਣ ਲੱਗ ਪਿਆ। ਸਿੰਘਨ ਮੁੜ ਸ਼ਸਤਰ ਕਰੇ ਐ ਜੋ ਪਹਿਲੇ ਭਾਜ। ਤੇ ਜਿਹੜੇ ਸਿੰਘਾਂ ਨੇ ਪਹਿਲਾਂ ਜਲ ਛਕਿਆ ਸੀ ਉਹਨਾਂ ਨੇ ਆ ਕੇ ਭੱਜ ਕੇ ਬੜੀ ਫੁਰਤੀ ਦੇ ਨਾਲ ਸ਼ਸਤਰ ਪਕੜ ਲਏ। ਸ਼ਸਤਰ ਪਕੜ ਕੇ ਫਿਰ ਤਿਆਰ ਬਰ ਤਿਆਰ ਹੋ ਕੇ ਪਹਿਰਾ ਦੇਣ ਲੱਗੇ। ਜਲ ਪਰ ਉਨ ਪੀ ਅਰੜੋ ਕੀਓ। ਸੋ ਖਾਲਸਾ ਜੀ ਪਾਣੀ ਦੇ ਉੱਤੇ ਐਸਾ ਅਰੜਾ ਲਿਆ ਉਧਰ ਅਬਦਾਲੀ ਦੀ ਫੌਜਾਂ ਕਿ ਉਹ ਵੀ ਖੜੀਆਂ ਹੋ ਗਈਆਂ ਦੁਬਾਰਾ ਫਿਰ। ਜਲ ਦੋਏ ਨਰਾਲੀ ਕਥਾ ਪੀਓ। ਦੋਵਾਂ ਨੇ ਭਾਵੇਂ ਇੱਕੋ ਢਾਬ ਦੇ ਉੱਤੇ ਜਲ ਪੀਤਾ ਪਰ ਜਲ ਛਕਣ ਤੋਂ ਬਾਅਦ ਫਿਰ ਜੰਗ ਸ਼ੁਰੂ ਹੋ ਗਈ। ਪੀ ਜਲ ਮੁੜੇ ਆਪਣੇ ਜਾਹੇ। ਕਿਉਂਕਿ ਪਾਣੀ ਪੀ ਕੇ ਸਾਰੇ ਹੀ ਆਪੋ ਆਪਣੇ ਜਥੇ ਵਿੱਚ ਜਾ ਕੇ ਰਲਦੇ ਰਹੇ। ਰਹੀ ਨਾ ਹੋਸ਼ ਲੜਨ ਕੀ ਕਾਏ। ਜਦੋਂ ਤੱਕ ਪਾਣੀ ਨਹੀਂ ਸੀ ਮਿਲਿਆ ਉਦੋਂ ਤੱਕ ਤੇ ਹੋਸ਼ ਹੀ ਨਹੀਂ ਸੀ ਲੜਨ ਦੀ, ਤੇ ਜਦੋਂ ਪਾਣੀ ਪੀ ਲਿਆ ਦੁਬਾਰਾ ਫਿਰ ਇੱਕ ਦੂਸਰੇ ਤੇ ਸ਼ਸਤਰ ਚਲਾਉਣ ਲੱਗ ਪਏ। ਗੰਨੇ ਕਰੀ ਆਪਣ ਸੰਭਾਲ। ਤੇ ਗੁਰੂ ਕੇ ਖਾਲਸਿਆਂ ਗੁਰੂ ਕੇ ਸਿੰਘਾਂ ਨੇ ਆਪਣੀ ਸੰਭਾਲ ਕੀਤੀ। ਫਟੇ ਤਕੇ ਕਰ ਲੀਨੇ ਨਾਲ। ਤੇ ਖਾਲਸਾ ਜੀ ਜਿਹੜੇ ਜ਼ਖਮੀ ਸਿੰਘ ਸੀ, ਜ਼ਖਮੀ ਪਰਿਵਾਰ ਸੀ, ਸਾਰੇ ਸਿੰਘ ਇੱਕ ਦੂਸਰੇ ਨੂੰ ਪਕੜ ਕੇ ਵਹੀਰ ਨੂੰ ਫਿਰ ਅਗਾਂਹ ਨੂੰ ਤੋਰਦੇ। ਡੇਰਾ ਨਟਕੋ 10 ਹੋਰ ਗਿਓ। ਤੇ ਇਸ ਤਰ੍ਹਾਂ ਜਿਹੜੀ ਵਹੀਰ ਸੀ ਉਹ 10 ਕੋ ਅੱਗੇ ਜਾ ਕਰਕੇ ਡੇਰਾ ਲਾਉਂਦੀ ਹੈ ਅਬਦਾਲੀ ਦੀ ਫੌਜਾਂ ਤੋਂ। ਖਿੰਡਿਓ ਫੁੱਟਿਓ ਆਏ ਉਹਾਂ ਰਲਿਓ। ਤੇ ਜਿਹੜੇ ਸਿੰਘ ਰਹਿ ਗਏ ਸੀ, ਖਿੰਡ ਗਏ ਸੀ, ਉਹ ਵੀ ਇੱਥੇ 10 ਕੋਹ ਦੀ ਦੂਰੀ ਤੇ ਆ ਕੇ ਦੁਬਾਰਾ ਫਿਰ ਖਾਲਸੇ ਨਾਲ ਰਲ ਗਏ। 20,000 ਉਹਾਂ ਪਹੁੰਚੇ। ਭਾਈ ਰਤਨ ਸਿੰਘ ਭੰਗੂ ਕਹਿੰਦੇ 1 ਲੱਖ ਸੀ ਜਦੋਂ ਕੋਪਰ ਹੀੜੇ ਵੱਡੇ ਘੱਲੂਘਾਰੇ ਵਿੱਚ ਅਬਦਾਲੀ ਦੀ ਫੌਜਾਂ ਹਮਲਾ ਕੀਤਾ। 1 ਲੱਖ ਦੇ ਵਿੱਚੋਂ 20,000 ਕੇਵਲ ਇਸ ਥਾਂ ਤੇ ਆ ਕੇ ਇਕੱਠਾ ਹੋਇਆ। ਬਾਕੀ ਸਾਰਾ ਗੁਰੂ ਕਾ ਖਾਲਸਾ 80,000 ਦੀ ਗਿਣਤੀ ਵਿੱਚ ਸ਼ਹੀਦੀਆਂ ਪਾ ਗਿਆ। ਔਰ ਮੋਇਆ ਉਹ ਖਿੰਡ ਪੀ ਗਏ। ਕੁਝ ਸ਼ਹੀਦੀਆਂ ਪਾ ਗਏ, ਕੁਝ ਖਿੰਡ ਗਏ। ਲੋਕ ਕਹੇ ਸਿੰਘ 1 ਲੱਖ ਸਾਰਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਇਹ ਪੁਰਾਣੇ ਸਮੇਂ 'ਚ ਅਸੀਂ ਬਜ਼ੁਰਗਾਂ ਤੋਂ ਸੁਣਿਆ ਵੀ 1 ਲੱਖ ਦੀ ਗਿਣਤੀ ਦੇ ਵਿੱਚ ਖਾਲਸਾ ਇਕੱਠਾ ਹੋਇਆ ਸੀ ਜਦੋਂ ਹਮਲਾ ਕੀਤਾ। 50 ਬਚਿਓ ਔਰ ਸਭ ਗਿਓ ਮਾਰਾ। ਤੇ ਜਦੋਂ ਹਮਲਾ ਹੋਇਆ ਉਦੋਂ ਕੇਵਲ 50,000 ਬਚਿਆ। 50,000 ਉਸੇ ਸਮੇਂ ਸ਼ਹੀਦ ਹੋ ਗਿਆ। ਪਿੰਡ ਪਿਤਾ ਹਮਾਰੇ 30 ਬਤਾਏ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਬਜ਼ੁਰਗ ਕਹਿੰਦੇ ਕੁਝ ਵੀ 50,000 ਸ਼ਹੀਦ ਹੋ ਗਏ ਤੇ 50,000 ਅੱਗੇ ਚੱਲ ਗਏ। ਪਰ ਜੋ ਭਾਈ ਰਤਨ ਸਿੰਘ ਭੰਗੂ ਦੇ ਪਿਤਾ ਭਾਈ ਰਾਏ ਸਿੰਘ ਉਹਨਾਂ ਨੇ ਦੱਸਿਆ ਕਿ ਉੱਥੇ ਜ਼ਿਆਦਾ ਗਿਣਤੀ ਵਿੱਚ ਸ਼ਹੀਦ ਹੋਏ ਤੇ 1 ਲੱਖ ਦੇ ਵਿੱਚੋਂ 30,000 ਗੁਰੂ ਕਾ ਖਾਲਸਾ ਵਹੀਰ ਨੂੰ ਲੈ ਕੇ ਮਾਲਵੇ ਵੱਲ ਨੂੰ ਤੁਰਿਆ। ਪਿਤਾ ਚਾਚੇ ਦੋਏ ਹਮ ਥੇ ਸਾਥ। ਭਾਈ ਰਤਨ ਸਿੰਘ ਕਹਿੰਦੇ ਕਿਉਂਕਿ ਮੇਰੇ ਪਿਤਾ ਤੇ ਮੇਰੇ ਚਾਚਾ ਦੋਵੇਂ ਇਸ ਵੱਡੇ ਘੱਲੂਘਾਰੇ ਵਿੱਚ ਸਨ। ਹੁਣ ਤੇ ਸੁਨ ਹਮ ਆਖੀ ਬਾਤ। ਮੈਂ ਉਹਨਾਂ ਤੋਂ ਸੁਣ ਕਰਕੇ ਉਹਨਾਂ ਤੋਂ ਸਰਵਣ ਕਰਕੇ ਹੀ ਇਹ ਲਿਖ ਰਿਹਾ ਹਾਂ। ਘੋੜੇ ਊਠ ਕੀ ਗਿਣਤੀ ਨਾ ਹੈ। ਭਾਈ ਸਾਹਿਬ ਕਹਿੰਦੇ ਘੋੜਿਆਂ ਦੀ ਤੇ ਊਠਾਂ ਦੀ ਕਿੰਨੇ ਕੇ ਘੋੜੇ ਮਰ ਗਏ, ਊਠ ਮਰ ਗਏ, ਉਹਨਾਂ ਦੀ ਗਿਣਤੀ ਨਹੀਂ। ਘੱਲੂਘਾਰੇ ਇਸਕੇ ਮਾਹੇ। ਇਸ ਘੱਲੂਘਾਰੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ
ਵਿੱਚ ਨੁਕਸਾਨ ਹੋਇਆ। ਕੋ ਘਟ ਕੋ ਆਖੇ ਜ਼ਿਆਦਾ, ਭਾਈ ਸਾਹਿਬ ਕਹਿੰਦੇ ਕੋਈ ਕਹਿੰਦਾ ਵੀ ਜ਼ਿਆਦੀ ਗਿਣਤੀ ਵਿੱਚ ਸ਼ਹੀਦ ਹੋਏ, ਕੋਈ ਕਹਿੰਦਾ ਘੱਟ ਗਿਣਤੀ ਵਿੱਚ ਸ਼ਹੀਦ ਹੋਏ। ਇਤਨਾ ਕਹਮ ਪਿਤ ਕਈ ਮਰਿਆਦਾ। ਪਰ ਜੋ ਸਾਡੇ ਪਿਤਾ ਨੇ ਦੱਸਿਆ ਮੈਂ ਉਹ ਦੱਸ ਰਿਹਾ ਵੀ 80,000 ਦੀ ਗਿਣਤੀ ਵਿੱਚ ਸ਼ਹੀਦ ਹੋ ਗਏ ਤੇ 20,000 ਗੁਰੂ ਕਾ ਖਾਲਸਾ ਹੁਣ ਇਕੱਤਰਤ ਹੋਇਆ। ਇੱਕ ਨਿਹੰਗ ਸਿੰਘ ਬੁੱਕ ਤੈ ਹੈ ਕਿਹੋ ਉੱਚੋ ਬਚਨ ਸੁਨਾਏ। ਖਾਲਸਾ ਜੀ ਉੱਥੇ ਕਹਿੰਦੇ ਜਦੋਂ ਇਕੱਠੇ ਹੋਏ, ਉੱਥੇ ਇੱਕ ਗੁਰੂ ਕੀ ਲਾਡਲੀ ਫੌਜ ਗੁਰੂ ਕੇ ਨਿਹੰਗ ਸਿੰਘ ਨੇ ਸਾਰੀ ਵਹੀਰ ਨੂੰ ਸੰਬੋਧਨ ਹੋ ਕੇ ਇੱਕ ਉੱਚੀ ਆਵਾਜ਼ ਦੇ ਵਿੱਚ ਬਚਨ ਕੀਤਾ। ਤਤ ਖਾਲਸੇ ਸੋ ਰਿਹੋ ਗਇਓ ਸੁਖੋਟ ਗਵਾਏ। ਉਹ ਨਿਹੰਗ ਸਿੰਘ ਨੇ ਦੁਬਾਰਾ ਜਜ਼ਬਾ ਭਰਿਆ ਤੇ ਕਿਹਾ ਖਾਲਸਾ ਜੀ ਘਬਰਾਓ ਨਾ, ਕਲਗੀਆਂ ਵਾਲੇ ਦਾ ਤਤ ਖਾਲਸਾ ਹਜੇ ਵੀ ਅਡੋਲ ਹੈ। ਕਲਗੀਆਂ ਵਾਲੇ ਪਾਤਸ਼ਾਹ ਦਾ ਤਤ ਖਾਲਸਾ ਹਜੇ ਵੀ ਉਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਡਟਿਆ ਹੈ। ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਹ ਕਲਗੀਆਂ ਵਾਲੇ ਦੀ ਗੋਦ ਵਿੱਚ ਬਰਾਜੇ। ਸੋ ਇਸ ਤਰ੍ਹਾਂ ਖਾਲਸਾ ਜੀ ਵੱਡੇ ਘੱਲੂਘਾਰੇ ਵਿੱਚ ਸਿੰਘ ਇੱਕ ਦੂਸਰੇ ਦੇ ਅੰਦਰ ਜਜ਼ਬਾ ਭਰਦੇ ਨੇ, ਇਸ ਤਰ੍ਹਾਂ ਇੱਕ ਦੂਸਰੇ ਨੂੰ ਹੌਸਲਾ ਦਿੰਦੇ ਨੇ। ਸਰਦਾਰ ਸਭੇ ਜ਼ਖਮੀ ਭਏ ਸਾਬਤ ਰਿਹੋ ਨ ਕੋਏ। ਤੇ ਜਿਹੜੇ ਦਲ ਪੰਥ ਦੇ ਜਥੇਦਾਰ ਨੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਤੇ ਜਿਹੜੇ ਮਿਸਲਾਂ ਦੇ ਸਰਦਾਰ ਕਨ੍ਹਈਆ ਮਿਸਲ ਦੇ, ਭੰਗੀ ਮਿਸਲ ਦੇ, ਰਾਮਗੜੀਆ ਮਿਸਲ ਤੇ ਇਸੇ ਤਰ੍ਹਾਂ ਬਾਬਾ ਸ਼ਾਮ ਸਿੰਘ ਨਾਰੋ ਕੇ, ਇਸੇ ਤਰ੍ਹਾਂ ਬਾਬਾ ਚੜਤ ਸਿੰਘ ਸ਼ੁਕਰ ਚੱਕੀਆ, ਭਾਈ ਬੁੱਢਾ ਸਿੰਘ, ਇਹ ਸਾਰੇ ਜਿਹੜੇ ਪੰਥ ਦੇ ਬਹਾਦਰ ਜਰਨੈਲ ਜ਼ਖਮੀ ਹੋਏ ਪਏ। ਕੋਈ ਵੀ ਸਹੀ ਸਲਾਮਤ ਨਹੀਂ। ਸਾਰਿਆਂ ਦੇ ਸਰੀਰ ਦੇ ਉੱਤੇ 22 ਤੋਂ ਵੱਧ ਗਿਣਤੀ ਦੇ ਵਿੱਚ ਫੱਟ ਲੱਗੇ ਹੋਏ। ਲਈ ਸ਼ਹੀਦੀ ਥੀ ਘਟਣ ਘਨਣ ਗਿਣਤੀ ਸਭਨ ਨਾ ਹੋਏ। ਤੇ ਭਾਈ ਸਾਹਿਬ ਕਹਿੰਦੇ ਇੰਨੀਆਂ ਕਿ ਸ਼ਹੀਦੀਆਂ ਹੋਈਆਂ ਵੀ ਪੂਰੇ ਤਰੀਕੇ ਨਾਲ ਤੇ ਗਿਣਤੀ ਵੀ ਨਹੀਂ ਗਿਣੀ ਜਾ ਸਕਦੀ। ਚੜਤ ਸਿੰਘ ਜ਼ਖਮ ਗਿਣੇ ਨਾ ਜਾਏ। ਬਾਬਾ ਚੜਤ ਸਿੰਘ ਦੇ ਸਰੀਰ ਤੇ ਲੱਗੇ ਜ਼ਖਮ ਹੀ ਨਹੀਂ ਗਿਣੇ ਜਾ ਸਕਦੇ। ਇੰਨੇ ਕਿ ਜ਼ਖਮ ਬਾਬਾ ਚੜਤ ਸਿੰਘ ਦੇ ਸਰੀਰ ਤੇ ਲੱਗੇ ਵੀ ਗਿਣੇ ਨਹੀਂ ਜਾ ਸਕਦੇ। ਤੀਰ ਤਲਵਾਰ ਨ ਜੋ ਨੇਜੇ ਖਾਏ। ਬਾਬਾ ਜੀ ਦੇ ਸਰੀਰ ਦੇ ਉੱਤੇ ਤੀਰਾਂ ਦੇ ਵਾਰ ਲੱਗੇ, ਨੇਜਿਆਂ ਦੇ, ਤਲਵਾਰਾਂ ਦੇ ਨਾਲ ਜ਼ਖਮ ਹੋਏ ਪਏ। ਭੀਮ ਸੈਨ ਜਿਮ ਜਿੱਤ ਵੱਲ ਜੁੜੇ। ਜਿਸ ਤਰ੍ਹਾਂ ਕਹਿੰਦੇ ਭੀਮ ਸੈਨ ਸੀ, ਉਸੇ ਤਰ੍ਹਾਂ ਬਾਬਾ ਚੜਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਮੁਕਾਬਲਾ ਕੀਤਾ। ਬਿਨ ਲਾਏ ਸ਼ਸਤਰ ਖਾਲੀ ਨਾ ਮੁੜੇ। ਖਾਲਸਾ ਜੀ ਬਿਨਾਂ ਦੁਸ਼ਮਣ ਨੂੰ ਮਾਰੇ ਬਾਬਾ ਚੜਤ ਸਿੰਘ ਖਾਲੀ ਨਹੀਂ ਸੀ ਮੁੜਦੇ। ਭਾਵੇਂ ਆਪਣੇ ਸਰੀਰ ਦੇ ਉੱਤੇ 50 ਤੋਂ ਵੱਧ ਜ਼ਖਮ ਹੋ ਗਏ ਸਨ, ਬਾਬਾ ਚੜਤ ਸਿੰਘ ਦਾ ਹੌਸਲਾ ਫਿਰ ਵੀ ਨਹੀਂ ਸੀ ਟੁੱਟਿਆ। ਜਦੋਂ ਕਿਤੇ ਛਾਤੀ ਵਿੱਚ ਤੀਰ ਵੱਜਣਾ ਜਾਂ ਖਾਲਸਾ ਜੀ ਜ਼ਾਲਮਾਂ ਨੇ ਤਲਵਾਰਾਂ ਜਾਂ ਨੇਜਿਆਂ ਨਾਲ ਵਾਰ ਕਰਨਾ, ਬਾਬਾ ਚੜਤ ਸਿੰਘ ਵਾਰ ਖਾ ਕੇ ਵਾਪਸ ਨਹੀਂ ਸੀ ਆਉਂਦੇ, ਬਲਕਿ ਅਗਲੇ ਦਾ ਸੋਧਾ ਲਾ ਕੇ ਫੇਰ ਹੀ ਵਾਪਸ ਆਉਂਦੇ ਸੀ। 3 ਦਿਨ ਤਿਸ ਦਿਨ ਤੈ ਚੜਤ ਸਿੰਘ ਕੀ ਭਈ ਸਿੰਘਨ ਮਸ਼ਹੂਰ। ਬਸ ਇਸੇ ਘੱਲੂਘਾਰੇ ਤੋਂ ਬਾਅਦ ਬਾਬਾ ਚੜਤ ਸਿੰਘ ਦੀ ਜੈ ਜੈਕਾਰ ਹੋਣ ਲੱਗ ਪਈ। ਬਚਾਏ ਬਹੁਤ ਬਹਿਰੀਏ ਚੱਕ ਜੋਖੋ ਸੀਸ ਜ਼ਰੂਰ। ਕਿਉਂਕਿ ਬਾਬਾ ਚੜਤ ਸਿੰਘ ਨੇ ਬਚਾਏ ਬਹੁਤ ਬਹੀਰੀਏ। ਵਹੀਰ ਨੂੰ ਸਭ ਤੋਂ ਵੱਧ ਗਿਣਤੀ ਦੇ ਵਿੱਚ ਬਾਬਾ ਚੜਤ ਸਿੰਘ ਨੇ ਬਚਾਉਣਾ ਕੀਤਾ। ਚੌਪਈ ਸਭ ਬਹੀਰੀਏ ਧਨ ਧਨ ਆਖੈ। ਤੇ ਵਹੀਰ ਦੇ ਸਾਰੇ ਸਿੰਘ ਸੂਰਮੇ ਬਾਬਾ ਚੜਤ ਸਿੰਘ ਨੂੰ ਧੰਨ ਧੰਨ ਕਹਿੰਦੇ ਨੇ। ਅਮ ਜਵਾਏ ਚੜਤ ਸਿੰਘ ਭਾਖੈ। ਤੇ ਕਹਿੰਦੇ ਵੀ ਸਾਨੂੰ ਬਾਬਾ ਚੜਤ ਸਿੰਘ ਨੇ ਆਪਣਾ ਸਰੀਰ ਢਾ ਕੇ ਬਚਾਇਆ ਹੈ। ਜੋ ਜੀਵੇ ਚੜਤ ਸਿੰਘ ਜਵਾਏ। ਤੇ ਖਾਲਸਾ ਜੀ ਸਾਰੇ ਕਹਿੰਦੇ ਵੀ ਜਿਹੜੇ ਵੀ ਜੀਰੇ ਇਹ ਬਾਬੇ ਚੜਤ ਸਿੰਘ ਦੀ ਕੁਰਬਾਨੀ ਹੈ। ਯੋ ਬਹੀਰ ਸਭ ਆਕਤ ਜਾਏ। ਇਸ ਤਰ੍ਹਾਂ ਵਹੀਰ ਦੇ ਸਾਰੇ ਸਿੰਘ ਸੇਵਕ ਬਾਬੇ ਚੜਤ ਸਿੰਘ ਦੀ ਸਿਫਤ ਕਰਦੇ। ਰਲ ਬਹੀਰ ਯੋ ਦਏ ਸੀਸ। ਤੇ ਸਾਰੇ ਹੀ ਰਲ ਕੇ ਬਾਬਾ ਚੜਤ ਸਿੰਘ ਨੂੰ ਅਸੀਸਾਂ ਦਿੰਦੇ। ਓਏ ਸਰਦਾਰ ਜੈ ਵਿਸੇ 20। ਤੇ ਕਹਿੰਦੇ ਵੀ ਇਹ ਬਹੁਤ ਵੱਡਾ ਸਰਦਾਰ ਹੈ। ਸਰਬ ਪੰਥ ਜੈ ਹੋਏ ਸਰਦਾਰ। ਤੇ ਸਾਰੇ ਪੰਥ ਨੇ ਕਿਹਾ ਇਹ ਪੰਥ ਦਾ ਬਹਾਦਰ ਜਰਨੈਲ ਸੂਰਮਾ ਹੈ। ਸਭ ਇਸ ਦੇਵੇ ਅਸੀਸ ਹਜ਼ਾਰ। ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਨੇ ਉਸ ਸੂਰਮੇ ਨੂੰ ਅਸੀਸਾਂ ਦਿੱਤੀਆਂ। ਉਹ ਕਹੇ ਜੈ ਹੋਏ ਪਾਤਸ਼ਾਹ। ਤੇ ਕੁਝ ਗੁਰੂ ਕੇ ਸਿੰਘ ਕਹਿੰਦੇ ਇਹਨੂੰ ਗੁਰੂ ਨਾਨਕ ਦੇ ਘਰ ਦੀਆਂ ਪਾਤਸ਼ਾਹੀਆਂ ਮਿਲਣਗੀਆਂ। ਉਹ ਕਹੇ ਜੈ ਲਾਹੌਰੇ ਪਾਹੇ। ਤੇ ਕੁਝ ਸਿੱਖ ਅਸੀਸਾਂ ਦਿੰਦੇ ਵੀ ਇਹ ਲਾਹੌਰ ਦੇ ਤਖਤ ਦਾ ਮਾਲਕ ਹੋਵੇਗਾ। ਉਹ ਕਹੇ ਜੈ ਲੈ ਮੁਲਤਾਨ। ਤੇ ਕੁਝ ਗੁਰੂ ਕੇ ਸਿੱਖ ਕਹਿੰਦੇ ਵੀ ਬਾਬਾ ਚੜਤ ਸਿੰਘ ਨੂੰ ਕਲਗੀਧਰ ਪਾਤਸ਼ਾਹ ਮੁਲਤਾਨ ਦਾ ਰਾਜ ਵੀ ਦੇਣਗੇ। ਕਹੇ ਕਸ਼ਮੀਰ ਉਹ ਕਾਬਲ ਤਾਨ। ਤੇ ਕੁਝ ਗੁਰੂ ਕੇ ਸਿੱਖ ਅਸੀਸਾਂ ਦਿੰਦੇ ਵੀ ਕਾਬਲ ਤੋਂ ਲੈ ਕਰਕੇ ਕਸ਼ਮੀਰ ਤੱਕ ਬਾਬੇ ਚੜਤ ਸਿੰਘ ਦੀ
ਧਾਕ ਵੱਜੇਗੀ। ਦਿੱਲੀ ਦੱਖਣ ਪੁਰਬ ਪਹਾੜ, ਦਿੱਲੀ ਤੋਂ ਲੈ ਕੇ ਦੱਖਣ ਪਹਾੜਾਂ ਤੱਕ ਬਾਬਾ ਚੜ੍ਹਤ ਸਿੰਘ ਰਾਜ ਕਾਇਮ ਕਰਨਗੇ। ਇਹੀ ਲਵੇ ਸਭ ਕੁੰਟਾ ਚਾਰ, ਇਸ ਤਰ੍ਹਾਂ ਸਾਰੇ ਅਸੀਸਾਂ ਦਿੰਦੇ ਕਿ ਬਾਬਾ ਚੜ੍ਹਤ ਸਿੰਘ ਤੇਰੀ ਸਦਾ ਚੜ੍ਹਦੀ ਕਲਾ ਹੋਵੇ। ਇਮ ਕਰ ਕਰੇ ਬਹੀਰ ਅਰਦਾਸ, ਇਸ ਤਰ੍ਹਾਂ ਵਹੀਰ ਦੇ ਸਾਰੇ ਸਿੰਘ ਸੇਵਕ ਬਾਬਾ ਜੀ ਦੀ ਅਰਦਾਸਾਂ ਕਰਦੇ, ਲੱਗੇ ਗੈਲ ਸਭ ਚੜ੍ਹਤ ਸਿੰਘ ਖਾਸ। ਕਿਉਂਕਿ ਖਾਲਸਾ ਜੀ ਬਾਬਾ ਚੜ੍ਹਤ ਸਿੰਘ ਨੇ ਆਪਣੇ ਸਰੀਰ ਤੇ ਜ਼ਖਮ ਖਾ ਕੇ ਸਿੰਘਾਂ ਦੇ ਪਰਿਵਾਰਾਂ ਨੂੰ ਬਚਾਇਆ। ਜਿੱਧਰ ਚੜ੍ਹਤ ਸਿੰਘ ਚੜ੍ਹਤ ਤੁਰੇ, ਸਭ ਬਹੀਰ ਸੋ ਤਿੱਧਰ ਜਾਏ। ਕਹਿੰਦੇ ਜਿੱਧਰ ਵੀ ਬਾਬਾ ਚੜ੍ਹਤ ਸਿੰਘ ਜਾਂਦੇ ਉਧਰ ਹੀ ਸਾਰੀ ਵਹੀਰ ਜਾਂਦੀ। ਆਦਰ ਸਭ ਖਾਲਸੋ ਕੇ ਔਰ ਕਰੇ, ਯੁੱਧ ਫਤਿਹ ਸਭ ਪਾਏ। ਤੇ ਕਹਿੰਦੇ ਸਾਰੇ ਗੁਰੂ ਕੇ ਸਿੰਘ ਸੇਵਕ ਬਾਬਾ ਚੜ੍ਹਤ ਸਿੰਘ ਜੀ ਦਾ ਆਦਰ ਕਰਦੇ ਤੇ ਸਤਿਕਾਰ ਨਾਲ ਝੁੱਕ ਕੇ ਬਾਬਾ ਚੜ੍ਹਤ ਸਿੰਘ ਨੂੰ ਫਤਿਹ ਗਜਾਉਂਦੇ। ਸਭ ਖਾਲਸੇ ਮੈਂ ਆਦਰ ਪਾਵੇ, ਤੇ ਇਸ ਤਰ੍ਹਾਂ ਬਾਬਾ ਚੜ੍ਹਤ ਸਿੰਘ ਦੀ ਕੁਰਬਾਨੀ ਸਦਕਾ ਖਾਲਸਾ ਪੰਥ ਦੇ ਵਿੱਚ ਬਾਬਾ ਚੜ੍ਹਤ ਸਿੰਘ ਦਾ ਬਹੁਤ ਆਦਰ ਸਤਿਕਾਰ ਹੋਇਆ। ਲੱਗੇ ਦੀਵਾਨ ਤੈ ਪਹਿਲੋਂ ਬੁਲਾਵੇ, ਖਾਲਸਾ ਜੀ ਜਿੱਥੇ ਵੀ ਦੀਵਾਨ ਲੱਗਦਾ ਸਭ ਤੋਂ ਪਹਿਲਾਂ ਬਾਬਾ ਚੜ੍ਹਤ ਸਿੰਘ ਜੀ ਨੂੰ ਬੁਲਾਉਂਦੇ ਲੈ ਸਲਾਏ ਤੋਂ ਤਿੱਤ ਵੱਲ ਵਧਾਵੇ। ਤੇ ਬਾਬਾ ਚੜ੍ਹਤ ਸਿੰਘ ਦੀ ਸਲਾਹ ਦੇ ਨਾਲ ਫੇਰ ਹੀ ਕੋਈ ਗੁਰਮਤਾ ਸੋਧ ਦੇ। ਨਰਜਾਨਾ ਉਸੇ ਪਹਿਲੋਂ ਪਹੁੰਚਾਵੇ, ਤੇ ਜਦੋਂ ਵੀ ਨਜ਼ਰਾਨਾ ਆਉਂਦਾ ਸਭ ਤੋਂ ਪਹਿਲਾਂ ਬਾਬਾ ਚੜ੍ਹਤ ਸਿੰਘ ਨੂੰ ਪਹੁੰਚਾਉਂਦੇ। ਸੋ ਇੱਥੇ ਵੱਡੇ ਘੱਲੂਘਾਰੇ ਦੀ ਸੰਪੂਰਨਤਾ ਹੁੰਦੀ ਹੈ। ਅੱਗੇ ਹੁਣ ਆਪਾਂ ਸਰਵਣ ਕਰਾਂਗੇ ਹੋਰ ਸ਼ਹੀਦਾਂ ਦਾ ਇਤਿਹਾਸ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਦੋਹਰਾ ਗੁਰ ਇੱਕ ਓੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਰਤਨ ਸਿੰਘ ਭੰਗੂ ਇਹ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਦਾ ਮੰਗਲ ਕਰਦੇ ਕਿ ਪਰਮਾਤਮਾ ਇੱਕ ਹੈ, ਸੰਸਾਰ ਦੀ ਉਤਪਤੀ ਕਰ ਰਿਹਾ ਹੈ, ਸੰਸਾਰ ਨੂੰ ਜਨਮ ਦੇ ਰਿਹਾ ਹੈ, ਜਨਮ ਦੇਣ ਤੋਂ ਬਾਅਦ ਸੰਸਾਰ ਨੂੰ ਪਾਲ ਰਿਹਾ ਹੈ ਤੇ ਪਾਲਣ ਤੋਂ ਬਾਅਦ ਫਿਰ ਸਮੇਟ ਵੀ ਰਿਹਾ ਹੈ। ਐਸੇ ਪਰਮਾਤਮਾ ਦੀ ਸਦਾ ਦੁਨੀਆ ਦੇ ਤਖਤੇ ਦੇ ਉੱਤੇ ਫਤਿਹ ਹੈ। ਪ੍ਰਤਾਪ ਪ੍ਰਸਾਦ ਅਕਾਲ ਸਹਾਇ, ਤਾਂ ਪ੍ਰਸਾਦ ਤੋਂ ਭਾਵ ਤੇਰੀ ਕਿਰਪਾ ਦੇ ਨਾਲ ਐਸੇ ਮਹਾਨ ਸ਼ਹੀਦ ਦਾ ਇਤਿਹਾਸ ਲਿਖਣਾ ਆਰੰਭ ਕਰ ਰਹੇ ਨੇ। ਅਕਾਲ ਸਹਾਇ, ਅਕਾਲ ਸਹਾਇ ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਸਿੰਘਾਂ ਵਿੱਚ ਪ੍ਰਚਲਿਤ ਹੈ। ਗੁਰੂ ਕੇ ਖਾਲਸੇ ਆਪਣੇ ਸ਼ਮਸ਼ੀਰਾਂ ਤੇ ਚੱਕਰਾਂ ਦੇ ਉੱਤੇ ਖੰਡਿਆਂ ਦੇ ਉੱਤੇ ਅਕਾਲ ਜੀ ਸਹਾਇ ਲਿਖਿਆ ਕਰਦੇ ਸੀ ਵੀ ਜੋ ਅਕਾਲ ਪੁਰਖ ਪਰਮਾਤਮਾ ਹੈ ਸਦਾ ਹੀ ਆਪਣੇ ਖਾਲਸੇ ਨਾਲ ਸਹਾਇ ਹੁੰਦਾ ਹੈ। ਦੋਹਰਾ ਗੁਰੂ ਬਖਸ਼ ਸਿੰਘ ਨੇ ਹੰਗ ਕੀ ਸਾਖੀ ਸੁਣੋ ਸੁਜਾਨ। ਹੁਣ ਉਸ ਸੂਰਬੀਰ ਯੋਧੇ ਦੀ ਸਾਖੀ ਆਰੰਭ ਹੋਵੇਗੀ ਜਿਨ੍ਹਾਂ ਦਾ ਅਸਥਾਨ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬੁੰਗਾ ਬਣਿਆ ਹੋਇਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ। ਉਹ ਬਾਬਾ ਗੁਰਬਖਸ਼ ਸਿੰਘ ਜੀ ਦਾ ਇਤਿਹਾਸ ਹੁਣ ਆਰੰਭ ਹੋਵੇਗਾ। ਪਾਈ ਸ਼ਹੀਦੀ ਉਨ ਭਲੀ ਪਾਲੇ ਅੰਮ੍ਰਿਤ ਅਸਥਾਨ, ਜਿਨ੍ਹਾਂ ਨੇ ਖਾਲਸਾ ਜੀ 30,000 ਗਿਲਜੀਆਂ ਦੀ ਫੌਜ ਦਾ ਮੁਕਾਬਲਾ ਕੀਤਾ ਕੇਵਲ 30 ਸਿੰਘਾਂ ਦੇ ਨਾਲ। 30,000 ਦਾ ਮੁਕਾਬਲਾ 30 ਨੇ ਕੀਤਾ ਤੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਨੇ ਗਿਲਜੀਆਂ ਨੂੰ ਧੂੜ ਚਟਾਈ ਤੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਪਾਈ। ਅੱਜ ਵੀ ਉਹਨਾਂ ਦਾ ਸਥਾਨ ਕਾਇਮ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਜਾ ਕੇ ਉਹਨਾਂ ਦੇ ਸਥਾਨ ਤੇ ਨਮਸਕਾਰਾਂ ਕਰਦੀਆਂ। ਚੌਪਈ ਉਤੋਂ ਭਜੰਗੀ ਉਹ ਬੜ ਜੰਗੀ, ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਦੇ ਉਹ ਪਿਆਰੇ ਭੁਜੰਗੀ, ਭੁਜੰਗੀ ਤੋਂ ਭਾਵ ਸੁਪੁੱਤਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਖਾਲਸੇ ਲਈ ਭੁਜੰਗੀ ਸ਼ਬਦ ਵਰਤਿਆ। ਕਹਿੰਦੇ ਐਸੇ ਮਹਾਨ ਭੁਜੰਗੀ ਜਿਹੜੇ ਸਦਾ ਹੀ ਜੰਗ ਵਾਸਤੇ ਤਿਆਰ ਰਹਿੰਦੇ। ਨੀਲ ਬਸਤਰ ਰੱਖ ਰਹਿ ਰਹਿਤ ਚੰਗੀ, ਤੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਸਦਾ ਆਪਣੇ ਤਨ ਦੇ ਉੱਤੇ ਨੀਲਾ ਬਾਣਾ ਸਜਾਉਂਦੇ, ਨੀਲੇ ਬਸਤਰ ਧਾਰਨ ਕਰਕੇ ਰੱਖਦੇ। ਰਾਤ ਉੱਠੇ ਅਰ ਸੁੱਖਾ ਪੀਵੇ, ਤੇ ਅੰਮ੍ਰਿਤ ਵੇਲੇ ਉੱਠ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸ਼ਹੀਦੀ ਦੇਗਾਂ ਦੇ ਰਗੜੇ ਲਾ ਕੇ ਸ਼ਰਧਾਈਆਂ ਛਕਦੇ। ਓਏ ਰਮਣਿਓ ਮੁਖੀ ਦਾਵਤ ਕੀਵੇ, ਤੇ ਖਾਲਸਾ ਜੀ ਆਪਣੇ ਮੁਖ ਦੇ ਵਿੱਚ ਦਾਤਨ ਕਰਦੇ ਜੋ ਅੱਜ ਵੀ ਦਲਾਂ ਪੰਥਾਂ 'ਚ ਸੱਚਖੰਡ ਸ੍ਰੀ ਹਜੂਰ ਸਾਹਿਬ ਮਰਿਆਦਾ ਜਿਹੜੀ ਸੰਗਤ ਨਮਸਕਾਰ ਕਰਨ ਜਾਂਦੀ ਉਹਨੂੰ ਦਾਤਨ ਦਿੱਤੀ ਜਾਂਦੀ ਹੈ। ਉਸੇ ਪੁਰਾਤਨ ਮਰਿਆਦਾ ਨੂੰ ਬਰਕਰਾਰ ਰੱਖਿਆ ਵੀ ਜਿਵੇਂ ਸਾਡੇ ਬਜ਼ੁਰਗ ਦਾਤਨਾ ਕਰਦੇ ਰਹੇ ਸਾਡੇ ਆਉਣ ਵਾਲੇ ਪਰਿਵਾਰਾਂ ਨੂੰ ਚੇਤੇ ਰਵੇ। ਤੇ ਇਸ ਕਰਕੇ ਉਹ ਅੱਜ ਵੀ ਉਸੇ ਤਰ੍ਹਾਂ ਦਾਤਨਾ ਸੰਗਤ ਵਿੱਚ ਵੰਡਦੇ ਨੇ।
ਤੇ ਬਾਬਾ ਗੁਰਬਖਸ਼ ਸਿੰਘ ਜੀ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਸਭ ਤੋਂ ਪਹਿਲਾਂ ਦਾਤਨ ਕਰਦੇ। ਸਭਾ ਪੈਰ ਨਿਸ ਕਰੇ ਇਸ਼ਨਾਨ। ਤੇ ਖਾਲਸਾ ਜੀ ਅੰਮ੍ਰਿਤ ਵੇਲੇ 12 ਵਜੇ ਤੋਂ ਬਾਅਦ ਹੀ ਅੰਮ੍ਰਿਤ ਵੇਲੇ ਉੱਠ ਕਰਕੇ ਬਾਬਾ ਜੀ ਨੇ ਦਾਤਨ ਕਰਕੇ ਇਸ਼ਨਾਨ ਕਰਨਾ। ਬਾਣੀ ਪੜੇ ਖੜ ਪੱਗ ਬੰਧਾਨ। ਤੇ ਖਾਲਸਾ ਜੀ ਐ ਸਾਵਧਾਨ ਹੋ ਕਰਕੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਨਾਲੇ ਤਾਂ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ, ਨਾਲੇ ਆਪਣੇ ਸੀਸ ਦੇ ਉੱਤੇ ਦਮਾਲਾ ਚੜਾਉਣਾ ਸ਼ੁਰੂ ਕਰ ਦੇਣਾ। ਅੱਜ ਤੇ ਆਪਾਂ ਬਾਣੀ ਪੜ੍ਹਨ ਨੂੰ ਤਿਆਰ ਹੀ ਨਹੀਂ, ਆਪਾਂ ਤੇ ਇਹ ਚਾਹੁੰਦੇ ਵੀ ਘੱਟ ਤੋਂ ਘੱਟ ਬਾਣੀ ਪੜ੍ਹਨੀ ਪਵੇ। ਪਰ ਗੁਰੂ ਕੇ ਸਿੱਖ ਤੇ ਜਦੋਂ ਦਸਤਾਰ ਵੀ ਸਜਾਉਂਦੇ ਸੀ ਉਦੋਂ ਵੀ ਬਾਣੀ ਪੜ੍ਹਦੇ ਸੀ। ਅੱਜ ਵੀ ਕੁਝ ਗੁਰੂ ਕੀਆਂ ਫੌਜਾਂ ਤੇ ਗੁਰੂ ਕੇ ਸਿੱਖ ਜਦੋਂ ਦਸਤਾਰ ਜਾਂ ਦਮਾਲਾ ਸਜਾਉਂਦੇ ਤਾਂ ਇੱਕ ਬਾਣੀ ਹੈ ਸ਼ਲੋਕ ਦਮਾਲੇ ਦਾ। ਜਦੋਂ ਦਸਤਾਰ ਸਜਾਉਂਦੇ ਨਾਲ ਉਹ ਸ਼ਬਦ ਪੜ੍ਹਦੇ, ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ, ਨਾਨਕ ਸਉ ਅਰਾਧੀਐ ਅੰਤ ਨਾ ਪਾਰਾਵਾ, ਹੋਂ ਗਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਊਚ ਦਮਾਲੜਾ। ਇਹ ਸ਼ਬਦ ਹੈ 5-7 ਮਿੰਟ ਦਾ। ਇਹ ਸ਼ਬਦ ਦਾ ਜਾਪ ਕਰਕੇ ਫਿਰ ਗੁਰੂ ਕੇ ਸਿੱਖ ਦਸਤਾਰ ਸਜਾਉਂਦੇ। ਤੇ ਮੈਂ ਇੱਕ ਬੇਨਤੀ ਕਰਾਂਗਾ ਨੌਜਵਾਨਾਂ ਦੇ ਚਰਨਾਂ ਵਿੱਚ, ਕਈ ਵਾਰੀ ਸਾਡੇ ਮਨ ਵਿੱਚ ਸਵਾਲ ਹੁੰਦਾ ਵੀ ਦਸਤਾਰ ਸਿੱਖਣੀ ਹੈ ਤੇ ਕਿੱਥੋਂ ਸਿੱਖੀਏ, ਦਮਾਲਾ ਸਿੱਖਣਾ ਤੇ ਕਿੱਥੋਂ ਸਿੱਖੀਏ। ਮੈਂ ਆਪਣਾ ਅਨੁਭਵ ਸਾਂਝਾ ਕਰਾਂਗਾ ਕਿ ਖਾਲਸਾ ਜੀ ਜੇ ਕੋਈ ਨਹੀਂ ਨਾ ਮਿਲ ਰਿਹਾ ਦਸਤਾਰ ਸਿਖਾਉਣ ਵਾਲਾ, ਦਮਾਲਾ ਸਿਖਾਉਣ ਵਾਲਾ, ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਨੂੰ ਧਿਆਨ ਟਿਕਾ ਕਰਕੇ ਸ਼ਲੋਕ ਦਮਾਲੇ ਦਾ ਜੋ ਸ਼ਬਦ ਹੈ ਇਹਦਾ 13 ਵਾਰ ਜਾਂ 21 ਵਾਰ ਜਾਂ ਫਿਰ ਕਬਿਓ ਬਾਚ ਬੇਨਤੀ ਚੌਪਈ ਸਾਹਿਬ ਦੇ 10 ਪਾਠ ਜਾਂ 21 ਪਾਠ ਕਰਕੇ ਅਰਦਾਸ ਕਰੋ। ਤੇ ਜੇ ਕੋਈ ਨਹੀਂ ਮਿਲ ਰਿਹਾ ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹੋ, ਪਾਤਸ਼ਾਹ ਤੁਸੀਂ ਸਾਨੂੰ ਦਸਤਾਰ ਸਜਾਉਣੀ ਸਿਖਾ ਦਿਓ। ਤੇ ਮੈਂ ਬੇਨਤੀ ਕਰਾਂ ਜੇ ਰੋਜ਼ ਬਾਣੀ ਪੜ੍ਹ ਕੇ ਇਸ ਤਰ੍ਹਾਂ ਅਭਿਆਸ ਕਰੋਗੇ ਨਾ ਸ਼ਲੋਕ ਦਮਾਲੇ ਦਾ, ਤੇ ਸੱਚ ਜਾਣਿਓ ਕਲਗੀਧਰ ਪਾਤਸ਼ਾਹ ਕਿਰਪਾ ਕਰਨਗੇ, ਇੱਕ ਦਿਨ ਐਸੀ ਦਸਤਾਰ ਸਜਾਉਣੀ ਆਵੇਗੀ ਜਿਹਦੀ ਸ਼ਾਨ ਦੁਨੀਆ ਦੇ ਤਖਤੇ ਤੇ ਕਿਤੇ ਮਿਲੇਗੀ ਨਹੀਂ। ਕਲਗੀਧਰ ਜੀ ਦੀ ਬਾਣੀ ਵਿੱਚ ਇਹ ਤਾਕਤ ਹੈ। ਸੋ ਇਹ ਸਾਡੇ ਸਿੰਘਾਂ ਦੀ ਮਰਿਆਦਾ ਸੀ, ਜਦੋਂ ਦਸਤਾਰ ਸਜਾਉਂਦੇ ਸੀ ਉਦੋਂ ਵੀ ਬਾਣੀ ਪੜ੍ਹਦੇ ਸੀ। ਸੋ ਬਾਬਾ ਗੁਰਬਖਸ਼ ਸਿੰਘ ਜੀ ਦਸਤਾਰ ਸਜਾਈ ਜਾਂਦੇ ਤੇ ਨਾਲ ਨਾਲ ਬਾਣੀ ਪੜੀ ਜਾਂਦੇ। ਸਰਬ ਲੋਹ ਕੀ ਪੂਜਾ ਕਰੇ। ਤੇ ਸਰਬ ਲੋਹ ਕੀ ਪੂਜਾ ਭਾਵ ਸਰਬ ਲੋਹ ਦੇ ਸ਼ਸਤਰਾਂ ਦਾ ਆਸਣ ਲਾਉਂਦੇ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਸਰਬ ਲੋਹ ਦੇ ਸ਼ਸਤਰ ਸਜੇ ਹੋਏ ਖਾਲਸਾ ਜੀ, ਜਦੋਂ ਗੁਰੂ ਕਾ ਸਿੱਖ ਨਮਸਕਾਰ ਕਰਦਾ ਹੈ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਕੇ ਸਿੱਖ ਦੇ ਵਿਚਕਾਰ ਇੱਕੋ ਹੀ ਚੀਜ਼ ਹੈ, ਉਹ ਹੈ ਸਰਬ ਲੋਹ ਦੇ ਸ਼ਸਤਰ। ਤੇ ਕਲਗੀਆਂ ਵਾਲੇ ਕਹਿੰਦੇ ਜੇ ਸ਼ਾਸਤਰ ਤੱਕ ਪਹੁੰਚਣਾ ਸਿੱਖਾ, ਪਹਿਲਾਂ ਸਰਬ ਲੋਹ ਦੇ ਸ਼ਸਤਰਾਂ ਨੂੰ ਧਾਰਨ ਕਰ। ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਸੋ ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਸ਼ਸਤਰਾਂ ਦੀ ਪੂਜਾ ਕਰਦੇ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਆਉਂਦਾ, ਸੂਰਜ ਪ੍ਰਕਾਸ਼ ਦੇ ਵਿੱਚ, ਕਿ ਜਦੋਂ ਮਹਾਰਾਜ ਨੇ ਅਕਾਲ ਬੁੰਗਾ ਤਿਆਰ ਕੀਤਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਤਿਗੁਰ ਆਪਣੇ ਸ਼ਸਤਰ ਮੰਗਾਏ, ਸਤਿਗੁਰੂ ਨੇ ਆਪਣੇ ਸ਼ਸਤਰ ਮੰਗਵਾਏ। ਊਚ ਥਲ ਪਰ ਧੂਪ ਧੁਕਾਏ, ਫੂਲਣ ਕੀ ਮਾਲਾ ਪਹਿਰਾਵੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰਾਂ ਨੂੰ ਧੂਫ ਧੁਕਾਈ। ਇਹ ਇਤਿਹਾਸ ਦੇ ਬੋਲ ਨੇ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਬੁੰਗੇ ਦੇ ਥੜੇ ਤੇ ਸ਼ਸਤਰ ਸੁਭਾਇਮਾਨ ਕਰਕੇ ਸ਼ਸਤਰਾਂ ਦਾ ਸਤਿਕਾਰ ਕੀਤਾ, ਕਿਉਂਕਿ ਜਿਹੜਾ ਸ਼ਸਤਰਾਂ ਨੂੰ ਸਤਿਕਾਰ ਦਿੰਦਾ ਉਹ ਸਤਿਕਾਰ ਕਲਗੀਆਂ ਵਾਲੇ ਤੱਕ ਪਹੁੰਚਦਾ। ਸੋ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਇਸ ਤਰ੍ਹਾਂ ਸ਼ਸਤਰਾਂ ਦੀ ਪੂਜਾ ਕਰਦੇ। ਨਮਸਕਾਰ ਕਰ ਸ਼ਸਤਰ ਫੜੇ। ਤੇ ਸ਼ਸਤਰਾਂ ਨੂੰ ਨਮਸਕਾਰ ਕਰਕੇ ਫਿਰ ਗਾਤਰੇ ਵਿੱਚ ਪਾਉਂਦੇ। ਮੈਂ ਇੱਕ ਬੇਨਤੀ ਕਰਾਂ, ਜਦੋਂ ਸਵੇਰੇ ਉੱਠਦੇ ਆ ਕਕਾਰ ਜਿਹੜੇ ਸਿੱਖ ਧਾਰਨ ਕਰਦੇ ਜਾਂ ਕਈ ਵੀਰ ਦਸਤਾਰ ਹੀ ਇਕੱਲੀ ਸਜਾਉਂਦੇ, ਜਦੋਂ ਦਸਤਾਰ ਸੀਸ ਤੇ ਸਜਾਉਂਦੇ ਹੋ ਇੱਕ ਵਾਰ ਦਸਤਾਰ ਨੂੰ ਵੀ ਮਸਤਕ ਨਾਲ ਲਾਇਆ ਕਰੋ। ਜਦੋਂ ਗਾਤਰੇ ਵਿੱਚ ਕਿਰਪਾਨ ਪਾਉਂਦੇ ਹੋ ਕਿਰਪਾਨ ਨੂੰ ਵੀ ਮਸਤਕ ਨਾਲ ਲਾਇਆ ਕਰੋ। ਆ ਕੜਾ ਜਦੋਂ ਹੱਥ ਵਿੱਚ ਹੁੰਦਾ ਕੜੇ ਨੂੰ ਵੀ ਸਵੇਰੇ ਉੱਠ ਕੇ ਮਸਤਕ ਨਾਲ ਲਾਇਆ ਕਰੋ, ਕਿਉਂਕਿ ਇਹ ਕਕਾਰ ਕੋਈ ਮਾਮੂਲੀ ਪਦਾਰਥ ਨਹੀਂ ਦੁਨੀਆ ਦੇ। ਇਹਨਾਂ ਕਕਾਰਾਂ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਾਉਣਾ ਹੈ। ਪੁਰਾਣੇ ਸਿੰਘ ਜਦੋਂ ਦਸਤਾਰ ਸਜਾਉਂਦੇ ਪਹਿਲਾਂ ਦਸਤਾਰ ਨੂੰ ਨਮਸਕਾਰ ਕਰਦੇ, ਜੇ ਸ਼੍ਰੀ ਸਾਹਿਬ ਗਾਤਰੇ ਪਾਉਂਦੇ ਸ਼੍ਰੀ ਸਾਹਿਬ ਨੂੰ ਨਮਸਕਾਰ ਕਰਦੇ, ਜੇ ਕੜਾ ਤੇ ਕੜੇ ਨੂੰ ਉੱਠ ਕੇ ਨਮਸਕਾਰਾਂ ਕਰਦੇ। ਇਸ ਤਰ੍ਹਾਂ ਆਦਰ ਸਤਕਾਰ ਸਹਿਤ ਫਿਰ ਤਨ ਦੇ ਉੱਤੇ ਧਾਰਨ ਕਰਦੇ। ਸਰਬ ਲੋਹ ਗਲ ਮਾਲਾ ਪਾਵੇ। ਤੇ ਖਾਲਸਾ ਜੀ ਆਪਣੇ ਗਲ ਦੇ ਵਿੱਚ ਸਰਬ ਲੋਹ ਦੀ ਮਾਲਾ ਪਾਉਂਦੇ। ਪੁਰਾਣੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਗੁਰੂ ਕੇ ਨਿਹੰਗ ਸਿੰਘ, ਇਹ ਵੇਖੋ ਕਿਸੇ ਇੱਕ ਸੰਸਥਾ ਦਾ ਲਿਬਾਸ ਨਹੀਂ ਹੁੰਦਾ।
ਦਰਅਸਲ ਪੁਰਾਣੇ ਸਮੇਂ ਵਿੱਚ ਜੰਗੀ ਅਭਿਆਸ ਗੁਰੂ ਕੇ ਸਿੱਖ ਕਰਦੇ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਖਾਲਸੇ ਦਾ ਲਿਬਾਸ, ਖਾਲਸੇ ਦੀ ਪੋਸ਼ਾਕ ਬਣਾਈ ਸੀ ਵੀ ਸਾਰੇ ਸੀਸ ਦੇ ਉੱਤੇ ਦਮਾਲੇ ਤੇ ਚੱਕਰ ਸਜਾਉਂਦੇ ਸੀ ਵੀ ਜੇ ਦੁਸ਼ਮਣ ਨੇ ਜੰਗ ਦੇ ਮੈਦਾਨ ਵਿੱਚ ਹਮਲਾ ਕੀਤਾ ਤੇ ਜੇ ਦਮਾਲੇ ਦੇ ਉੱਤੇ ਚੱਕਰ ਹੋਏ ਤੇ ਤਲਵਾਰ ਦਾ ਵਾਰ ਨਹੀਂ ਹੁੰਦਾ, ਤੇ ਜਾਂ ਫਿਰ ਆਪਣੇ ਗਲਾਂ ਵਿੱਚ ਸਰਬਲੋ ਦੇ ਚੱਕਰ ਤੇ ਸਰਬਲੋ ਦੀ ਮਾਲਾ ਪਾਉਂਦੇ ਸੀ ਵੀ ਜੇ ਦੁਸ਼ਮਣ ਤਲਵਾਰ ਦੇ ਨਾਲ ਮੋਢੇ ਤੇ ਵਾਰ ਕਰੇ ਅੱਗੇ ਸਰਬਲੋ ਦੇ ਚੱਕਰ ਜਾਂ ਸਰਬਲੋ ਦੀ ਮਾਲਾ ਆ ਜਾਂਦੀ ਤੇ ਖਾਲਸਾ ਜੀ ਤਲਵਾਰ ਦਾ ਵਾਰ ਮੋਢੇ ਤੇ ਨਹੀਂ ਸੀ ਹੁੰਦਾ। ਇਸ ਤਰ੍ਹਾਂ ਸਾਡੇ ਸੂਰਬੀਰ ਯੋਧੇ ਸ਼ਸਤਰ ਧਾਰੀ ਹੁੰਦੇ ਸੀ ਤੇ ਬਾਬਾ ਗੁਰਬਖਸ਼ ਸਿੰਘ ਜੀ ਪਹਿਲਾਂ ਤੇਗ ਗਾਤਰੇ ਵਿੱਚ ਪਾ ਕੇ ਉਸ ਤੋਂ ਬਾਅਦ ਸਰਬਲੋ ਦੀ ਮਾਲਾ ਮੂਲ ਮੰਤਰ ਦਾ ਅਭਿਆਸ ਕਰਕੇ ਫਿਰ ਆਪਣੇ ਤਨ ਦੇ ਉੱਤੇ ਸਜਾਉਂਦੇ। ਕੰਗਣ ਸਿਮਰਨ ਲੋਹ ਸੁਹਾਵੇ। ਤੇ ਪੁਰਾਣੇ ਸਮਿਆਂ 'ਚ ਅੱਜ ਵੀ ਕਈ ਗੁਰੂ ਕੇ ਸਿੱਖ ਹੱਥਾਂ ਦੇ ਵਿੱਚ ਸਿਮਰਨਾ ਪਾਉਂਦੇ ਨੇ ਸਰਬਲੋ। ਬਾਬਾ ਗੁਰਬਖਸ਼ ਸਿੰਘ ਜੀ ਨੇ ਉਹ ਹੱਥ ਵਿੱਚ ਸਰਬਲੋ ਦਾ ਸਿਮਰਨਾ ਪਹਿਨਣਾ। ਲੋ ਚੱਕਰ ਲੋ ਤੋੜੇ ਧਾਰੇ। ਤੇ ਖਾਲਸਾ ਜੀ ਆਪਣੇ ਦਮਾਲੇ ਦੇ ਉੱਤੇ ਚੱਕਰ ਤੇ ਸਰਬਲੋ ਦੇ ਖੰਡੇ ਨੂੰ ਸਜਾ ਕਰਕੇ ਤੋੜਾ ਲਾਉਣਾ। ਇੱਕ ਸਰਬਲੋ ਦਾ ਤੋੜਾ ਹੁੰਦਾ ਸੀ, ਗੁਰੂ ਕੇ ਨਿਹੰਗ ਸਿੰਘ ਅੱਜ ਵੀ ਕਈ ਦਮਾਲਿਆਂ ਤੇ ਲਾਉਂਦੇ ਨੇ। ਉਹ ਵੀ ਇਸ ਕਰਕੇ ਹੀ, ਇੱਕ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਵਿਰਾਸਤ ਵਿੱਚ ਦਿੱਤਾ ਤੇ ਦੂਸਰਾ ਜਦੋਂ ਕੋਈ ਤਲਵਾਰ ਦੇ ਨਾਲ ਸਾਡੇ ਸੀਸ ਦੇ ਉੱਤੇ ਵਾਰ ਕਰੇ ਤੇ ਸਰਬਲੋ ਦੇ ਤੋੜਾ ਹੋਵੇ ਤੇ ਖਾਲਸਾ ਜੀ ਤਲਵਾਰ ਦਾ ਵਾਰ ਨਹੀਂ ਹੁੰਦਾ, ਉਹ ਤੋੜਾ ਉਸ ਵਾਰ ਨੂੰ ਰੋਕ ਲੈਂਦਾ ਹੈ। ਤੇ ਦੂਸਰਾ ਜਦੋਂ ਜੰਗ ਦੇ ਮੈਦਾਨ ਵਿੱਚ ਘੋੜਸਵਾਰੀ ਕਰਦੇ ਸੀ ਤੇ ਉਦੋਂ ਦਸਤਾਰ ਲਹਿੰਦੀ ਨਹੀਂ ਸੀ ਜਦੋਂ ਸਰਬਲੋ ਦੇ ਤੋੜੇ ਦੇ ਨਾਲ ਕੱਸੀ ਹੁੰਦੀ ਸੀ। ਇਸ ਕਰਕੇ ਸਿੰਘ ਸਰਬਲੋ ਦੇ ਤੋੜੇ ਨੂੰ ਦਸਤਾਰ ਤੇ ਲਪੇਟ ਲੈਂਦੇ ਸੀ ਵੀ ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਦਸਤਾਰਾਂ ਨਾ ਖੁੱਲ ਜਾਣ। ਅੱਜ ਵੀ ਇੱਥੇ ਇੰਗਲੈਂਡ ਦੇ ਇੱਕ ਮਿਊਜ਼ੀਅਮ ਦੇ ਵਿੱਚ ਘੱਟੋ ਘੱਟ 1.5-2 ਫੁੱਟ ਦਾ ਉਹ ਵੱਡਾ ਦਮਾਲਾ ਅਕਾਲੀ ਨਿਹੰਗ ਸਿੰਘ ਦਾ ਇਹਨਾਂ ਨੇ ਨਿਸ਼ਾਨੀ ਵਜੋਂ ਬ੍ਰਿਟਿਸ਼ ਸਰਕਾਰ ਨੇ ਰੱਖਿਆ ਵੀ ਇਹ ਸਾਡੇ ਬਜ਼ੁਰਗ ਆਪਣੇ ਤਣ ਦੇ ਉੱਤੇ ਸਜਾਉਂਦੇ ਸੀ ਤੇ ਸਰਬਲੋ ਦੇ ਤੋੜੇ ਨਾਲ ਦਸਤਾਰ ਨੂੰ ਲਪੇਟਦੇ ਸੀ ਵੀ ਦਸਤਾਰ ਖੁੱਲੇ ਨਾ। ਸਰਬਲੋ ਕੀ ਰੱਖੇ ਉਚਾਰੇ। ਤੇ ਖਾਲਸਾ ਜੀ ਇਸ ਤਰ੍ਹਾਂ ਤਨ ਤੇ ਸ਼ਸਤਰ ਪਾ ਕੇ ਸਰਬਲੋ ਦੀ ਮਾਲਾ ਪਹਿਨ ਕੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਅਕਾਲ ਉਸਤਤ ਦਾ ਜਾਪ ਕਰਨਾ। ਸਰਬਲੋ ਕੀ ਰਚਿਆ ਹਮਲਾ, ਇਹ ਅਕਾਲ ਉਸਤਤ ਦੇ ਵਿੱਚ ਆਉਂਦੇ। ਇਸ ਤਰ੍ਹਾਂ ਅਕਾਲ ਉਸਤਤ ਨਿਤਨੇਮ ਦੇ ਵਿੱਚ ਰੋਜ਼ ਕਰਦੇ। ਦਸਤ ਦਸਤਾਨੇ ਲੱਕ ਸੋਟਨ ਸਿਉ ਹੋਏਤ। ਤੇ ਖਾਲਸਾ ਜੀ ਆਪਣੇ ਕਮਰ ਕੱਸੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਨੇ ਸਲੋਤਰ ਟਿਕਾਉਣੇ, ਕਟਾਰਾਂ ਟਿਕਾਉਣੀਆਂ, ਕਾਤੀ ਟਿਕਾਉਣੀ। ਇਸ ਤਰ੍ਹਾਂ ਆਪਣੇ ਕਮਰ ਕੱਸੇ ਦੇ ਵਿੱਚ ਵੱਡੀ ਗਿਣਤੀ ਵਿੱਚ ਬਾਬਾ ਜੀ ਨੇ ਸ਼ਸਤਰ ਰੱਖਣੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ 21 ਸ਼ਸਤਰ ਸਜਿਆ ਕਰਦੇ ਸੀ। ਕਲਗੀਧਰ ਪਾਤਸ਼ਾਹ ਆਪਣੇ ਕਮਰ ਕੱਸੇ ਵਿੱਚ 21 ਸ਼ਸਤਰ ਸਜਾਇਆ ਕਰਦੇ ਸੀ। ਸਵਾ ਗਜ ਕੋ ਕਛ ਪਹਿਰੇ ਸੰਤ। ਤੇ ਸਵਾ ਗਜ ਦਾ ਕਸ਼ਹਿਰਾ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨੇ ਤਨ ਤੇ ਪਾਉਣਾ। ਇਹ ਉਹਨਾਂ ਦੇ ਲਿਬਾਸ ਬਾਰੇ ਭਾਈ ਰਤਨ ਸਿੰਘ ਭੰਗੂ ਦੱਸ ਰਹੇ ਕਿ ਕਿਸ ਤਰ੍ਹਾਂ ਕਮਰ ਕੱਸਾ, ਕਮਰ ਕੱਸੇ 'ਚ ਸ਼ਸਤਰ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਸਿੱਖਾ, ਮੇਰੇ ਦਰਸ਼ਨਾਂ ਲਈ ਆਵੇ ਸ਼ਸਤਰ ਪਾ ਕੇ ਆਵੀ। ਤੇ ਕਮਰ ਕੱਸਾ ਜੋ ਦੇਹੋ ਦਿਖਾਈ ਤੋ ਹਮਰੀ ਖੁਸ਼ੀ ਮਿਲੈ ਦਿਖਾਈ। ਜਿਹੜਾ ਸਿੱਖ ਕਮਰ ਕੱਸਾ ਲਾ ਕੇ ਆਵੇਗਾ ਕਲਗੀਆਂ ਵਾਲੇ ਪਾਤਸ਼ਾਹ ਦੀ ਓਡੀ ਵੱਧ ਖੁਸ਼ੀ ਸਿੱਖ ਦੇ ਉੱਤੇ ਹੋਵੇਗੀ। ਸੋ ਸਤਿਗੁਰ ਕਿਰਪਾ ਕਰਨ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਦਾ ਰਹਿੰਦਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਆਓ ਅਰਦਾਸ ਕਰੀਏ, ਸੁਣਿਆ ਸੁਣਾਇਆ ਆਪਣੇ ਜੀਵਨ ਵਿੱਚ ਕਮਾ ਸਕੀਏ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹੋ ਦਾਸਰੋ ਮੈਂ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਰਬਾ ਸਾਧ ਸੰਗਤ ਨੂੰ ਬੜੇ ਹੀ ਪਿਆਰ ਦੇ ਨਾਲ ਚੱਲ ਰਹੀ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਪ ਸੰਗਤਾਂ ਨੂੰ ਸਰਣ ਕਰਾ ਰਹੇ ਸਨ। ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਗਿਆਨੀ ਸੁਖਜੀਤ